मनोरथ पूरे। पार ब्रह्म प्रभ पाया उतरे सगल बसूरे। दुख रोग संताप उतरे सुनी सच्ची बाणी। संत साजन भै सरसे पूरे गुर ते जानी। सुनते पुनीत कहते पवित सतगुर रहया भरपूरे। बिनवंत नानक गुर चरण लागे वाजे अनहद दूरे। बिनवंत नानक गुर चरण लागे वाजे अनहद पूरे। सुखो टल गुर सेविय हनस सहज सुभाए। परसिय गुरु कै जन्म मरण दुख जाए। सिफत कसम दी डोर अरसों कुरसों चटिया। सच्चे पातशाह माल जन्म जन्म दी कटिया। सच्चे पातशाह माल जन्म जन्म दी कटिया। सतनाम श्री वाहिगुरु साहिब जीओ। सोरठ महला तीजा घर पहला। सतगुर सुख सागर जग अंतर होर थै सुख नाही। हाउ मैं जगत दुख रोग व्याप्या मर जन्म रोवै ताही। प्राणी सतगुर सेव सुख पाए। सतगुर सेवै तां सुख पावै नाहे तां जाएगा जन्म गवाए। सतगुर सुख सागर जग अंतर होर थै सुख नाही। वाहिगुरु जी का खालसा वाहिगुरु जी की फतेह। पतत पावन भगत वत्सल कृपा निधान गरीब नवाज सतगुरु गुरु ग्रंथ साहिब महाराज साहब जियां दी पवित्र पावन हजूरी अंदर सभायमान हो रही गुरु की संगत। आप संगत ने सतगुरां दे दरबार विच सुशोभित हो करके सतगुरां दी पवित्र आगामी बाणी कीर्तन दे रूप विच और नितनेम दे रूप विच सरवण कीती है। मेरे माधव जी सत संगत मिलै सो तरिया। ये बचन ने साहिब गुरु अर्जन देव महाराज जियां दे ਜਿਹੜੇ ਸਤ ਸੰਗਤ ਵਿੱਚ ਮਿਲ ਜਾਂਦੇ ਨੇ। ਸਤ ਸੰਗਤ ਐਸਾ ਇੱਕ ਜਹਾਜ਼ ਹੈ ਜਿਹੜੇ ਇਸ ਜਹਾਜ਼ ਦੇ ਵਿੱਚ ਸਵਾਰ ਹੋਣਗੇ ਉਹ ਤਰਿਆ ਸੰਸਾਰ ਤੋਂ ਤਰ ਜਾਂਦੇ ਸਫਲੇ ਹੋ ਜਾਂਦੇ। ਸੋ ਐਸਾ ਇਹ ਸਤ ਸੰਗਤ ਦਾ ਜਹਾਜ਼ ਹੈ ਜਿਸ ਵਿੱਚ ਆਪ ਸੰਗਤਾਂ ਆ ਕੇ ਬੈਠੇ ਹੋ। ਗੁਰਬਾਣੀ ਕੀਰਤਨ ਨੂੰ ਨਿਤਨੇਮ ਨੂੰ ਆਪ ਸੰਗਤਾਂ ਨੇ ਸਰਵਣ ਕੀਤਾ ਹੈ। इस वेले आपां सतगुरां दी पवित्र बाणी गुरु ग्रंथ साहिब पातशाह दी लड़ीवार कथा सरवण करन वास्ते एकत्रित होए हाँ। आओ कुछ समय लई अपने मन दे ध्यान नूं टकाईए भावना नाल शरधा नाल सतगुरां दे पवित्र बचन जो ने सरवण करिए साडा भला होवे। मिल के आखिए सतनाम श्री वाहिगुरु साहिब जी। सतनाम श्री वाहिगुरु साहिब जीओ। सोरठ महला तीजा घर पहला। सोरठ राग है
ਜੋ ਕਿ ਰਾਤ ਦੇ ਪਹਿਲੇ ਪਹਿਰ ਇਸ ਨੂੰ ਗਾਇਆ ਜਾ ਸਕਦਾ। ਰਾਤ ਦਾ ਪਹਿਲਾ ਪਹਿਰ ਸ਼ਾਮ ਨੂੰ 6 ਵਜੇ ਤੋਂ ਸ਼ੁਰੂ ਹੋ ਜਾਂਦਾ ਅਤੇ 9 ਵਜੇ ਤੱਕ ਇਹ ਰਾਤ ਦਾ ਪਹਿਲਾ ਪਹਿਰ ਮੰਨਿਆ ਜਾਂਦਾ। 3 ਘੰਟਿਆਂ ਦਾ ਇੱਕ ਪਹਿਰ ਹੈ, 6 ਵਜੇ ਸ਼ਾਮ ਨੂੰ ਸ਼ੁਰੂ ਹੁੰਦਾ। ਸੋ ਇਸ ਸਮੇਂ ਦੇ ਵਿੱਚ ਇਸ ਰਾਗ ਨੂੰ, ਸੋਠ ਰਾਗ ਨੂੰ ਪੜ੍ਹਿਆ ਜਾ ਸਕਦਾ, ਗਾਇਆ ਜਾ ਸਕਦਾ। ਤੀਜੇ ਘਰ ਦੇ ਅੰਦਰ ਪਾਤਸ਼ਾਹ ਜੀ, ਪਹਿਲੇ ਘਰ ਦੇ ਅੰਦਰ ਗੁਰੂ ਅਮਰਦਾਸ ਪਾਤਸ਼ਾਹ ਜੀ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਕੇ ਸਾਨੂੰ ਨਦਰੋ ਨਦਰੀ ਨਿਹਾਲ ਕਰ ਰਹੇ ਹਨ। ਸਤਿਗੁਰ ਸੁਖ ਸਾਗਰ ਜਗ ਅੰਤਰ। ਭਾਈ ਸਤਿਗੁਰੂ ਐਸਾ ਹੈ ਜੋ ਸੁੱਖਾਂ ਦਾ ਸਾਗਰ ਕਹੀਏ, ਸਮੁੰਦਰ ਹੈ। ਹੁਣ ਸਮੁੰਦਰ ਦੇ ਵਿੱਚ ਪਾਣੀ ਲਪਾ ਲਪ ਭਰਿਆ ਹੋਇਆ ਹੈ, ਉਸ ਵਿੱਚੋਂ ਕੋਈ ਪਾਣੀ 2 ਬਾਲਟੀਆਂ ਕੱਢ ਕੇ ਲੈ ਜਾਵੇ, ਸਮੁੰਦਰ ਨੂੰ ਕੋਈ ਫਰਕ ਨਹੀਂ ਹੈ। ਸਮੁੰਦਰ ਦੇ ਵਿੱਚੋਂ ਕੋਈ ਹੋਰ ਬਹੁਤਾ ਪਾਣੀ ਭਰ ਕੇ ਲੈ ਜਾਵੇ, ਉਸ ਨੂੰ ਫਰਕ ਕੋਈ ਨਹੀਂ ਪੈਣਾ। ਸਮੁੰਦਰ ਵਿੱਚ ਜਾਲੀ ਇੰਨਾ ਹੈ ਕਿ ਬਾਲਟੀਆਂ ਘੜਿਆਂ ਦੇ ਨਾਲ ਜਾਂ ਥੋੜ੍ਹਾ ਬਹੁਤਾ ਹੋਰ ਜਲ ਕੱਢਿਆ, ਫਰਕ ਕੋਈ ਨਹੀਂ ਹੈ। ਇਸੇ ਤਰ੍ਹਾਂ ਗੁਰਮੁਖੋ, ਗੁਰੂ ਦੇ ਕੋਲ ਸੁੱਖਾਂ ਦਾ ਸਮੁੰਦਰ ਹੈ। ਜੇ ਕਿਸੇ ਨੂੰ 2-4 ਸੁੱਖ ਮਿਲ ਵੀ ਗਏ ਤੇ ਗੁਰੂ ਨੂੰ ਘਾਟਾ ਕੋਈ ਨਹੀਂ ਪੈ ਜਾਣਾ। ਗੁਰੂ ਭਰਿਆ ਹੋਇਆ ਸੁੱਖਾਂ ਦੇ ਨਾਲ, ਸਮੁੰਦਰ ਦੇ ਵਾਂਗ। ਜਿਵੇਂ ਸਮੁੰਦਰ ਪਾਣੀ ਨਾਲ ਭਰਿਆ ਹੋਇਆ ਹੈ, ਗੁਰਮੁਖੋ ਇਸੇ ਤਰ੍ਹਾਂ ਗੁਰੂ ਸੁੱਖਾਂ ਨਾਲ ਭਰਿਆ ਹੋਇਆ। ਜੇ ਗੁਰੂ ਦੇ ਅਸੀਂ ਦਰਸ਼ਨ ਕਰਦੇ ਹਾਂ ਨੇਤਰਾਂ ਦੇ ਨਾਲ ਤਾਂ ਵੀ ਸੁੱਖ ਮਿਲਦਾ ਹੈ। ਗੁਰੂ ਦੀ ਬਾਣੀ ਪੜ੍ਹਦੇ ਹਾਂ ਜ਼ੁਬਾਨ ਦੇ ਨਾਲ ਤਾਂ ਵੀ ਸੁੱਖ ਪ੍ਰਾਪਤ ਹੁੰਦਾ ਹੈ। ਗੁਰੂ ਦੀ ਬਾਣੀ ਸੁਣਦੇ ਹਾਂ ਕੰਨਾਂ ਦੇ ਨਾਲ ਤਾਂ ਵੀ ਸੁੱਖ ਪ੍ਰਾਪਤ ਹੁੰਦਾ ਹੈ। ਗੁਰੂ ਦੀ ਪਰਿਕਰਮਾ ਕਰਦੇ ਹਾਂ ਪੈਰਾਂ ਨਾਲ ਚੱਲ ਕੇ ਤਾਂ ਵੀ ਸੁੱਖ ਮਿਲੇਗਾ, ਔਰ ਹੱਥਾਂ ਨਾਲ ਗੁਰਮੁਖਾ ਸੇਵਾ ਕਰੇਗਾ ਤਾਂ ਵੀ ਸੁੱਖ ਮਿਲੇਗਾ। ਗੁਰੂ ਐਸਾ ਸਮੁੰਦਰ ਹੈ, ਕਿਸੇ ਵੀ ਤਰੀਕੇ ਦੇ ਨਾਲ ਤੋਂ ਗੁਰੂ ਦੇ ਕੋਲ ਆਵੇਗਾ, ਸੁੱਖ ਹੀ ਸੁੱਖ ਪ੍ਰਾਪਤ ਹੁੰਦਾ ਹੈ। ਸੋ ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ। ਗੁਰੂ ਵੱਲ ਤੂੰ ਤੁਰਿਆ ਇੱਕ ਪੈਰ ਆਪਣੇ ਘਰ ਤੋਂ, ਤੇ ਗੁਰੂ ਤਰੁੱਠ ਕੇ ਤੇਰੇ ਉੱਪਰ ਕੀ ਬਖਸ਼ਿਸ਼ ਕਰਦਾ ਹੈ, ਤੈਨੂੰ ਅੱਗੋਂ ਜੀ ਆਇਆ ਕਹਿਣ ਵਾਸਤੇ ਚੱਲ ਪੈਂਦਾ ਹੈ। ਸਾਰਸਨਾ ਧਨ ਧਨ ਹੈ ਮੇਰੀ ਜਿੰਦੜੀਏ, ਗੁਣ ਗਾਵੇ ਹਰ ਪ੍ਰਭ ਕੇਰੇ ਰਾਮ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਇਹ ਗੱਲ ਕਹਿੰਦੀ ਹੈ, ਜਿਹੜੀ ਜ਼ੁਬਾਨ ਆਪਣੇ ਮੁਖ ਤੋਂ ਵਾਹਿਗੁਰੂ ਮੰਤਰ ਦਾ ਜਾਪ ਕਰਦੀ ਹੈ, ਜਿਹੜੀ ਜ਼ੁਬਾਨ ਰਾਮ ਦੇ ਨਾਮ ਦਾ ਜਾਪ ਕਰਦੀ ਹੈ, ਜਿਹੜੀ ਜ਼ੁਬਾਨ ਸ੍ਰੀ ਜਪਜੀ ਸਾਹਿਬ ਦੇ ਪਾਠ ਨੂੰ ਕਰਦੀ ਪਈ ਹੈ, ਜਿਹੜੀ ਜ਼ੁਬਾਨ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਨੂੰ ਕਰਦੀ ਹੈ, ਉਹ ਜ਼ੁਬਾਨ ਗੁਰਮੁਖੋ ਧਨ ਹੈ। ਉਹ ਧਨ ਹੈ, ਉਹ ਜ਼ੁਬਾਨ ਸਫਲੀ ਹੈ। ਨਹੀਂ ਤੇ ਸੰਸਾਰ ਦੇ ਲੋਕਾਂ ਨੇ ਇਸ ਜ਼ੁਬਾਨ ਨੂੰ ਨਿੰਦਿਆ ਵਿੱਚ ਲਾਇਆ ਹੋਇਆ, ਕਿਸੇ ਨੇ ਚੁਗਲੀ ਵਿੱਚ ਲਾ ਦਿੱਤਾ ਇਸ ਜ਼ੁਬਾਨ ਨੂੰ, ਤੇ ਕਿਸੇ ਨੇ ਇਸ ਜ਼ੁਬਾਨ ਦੇ ਨਾਲ ਮਾੜੇ ਕੁਚੈੜੇ ਬਚਨ ਬੋਲਣ ਵਾਸਤੇ ਲਾ ਛੱਡਿਆ ਹੈ। ਪਰ ਉਹ ਗੁਰਮੁਖ ਧਨ ਨੇ ਜਿਨ੍ਹਾਂ ਨੇ ਸੁੱਖਾਂ ਦੇ ਸਾਗਰ ਸਤਿਗੁਰਾਂ ਦੀ ਬਾਣੀ ਨੂੰ ਇਸ ਜ਼ੁਬਾਨ ਨਾਲ ਲਗਾਇਆ ਹੈ। ਤੇ ਨੇਤਰ ਭਲੇ ਸੋਭਨੀਕ ਹੈ ਮੇਰੀ ਜਿੰਦੜੀਏ, ਜੋ ਸਾਧੂ ਸਤਿਗੁਰ ਦੇਖੇ ਰਾਮ। ਉਹ ਨੇਤਰ ਸਫਲੇ ਨੇ ਗੁਰਮੁਖੋ, ਜਿਨ੍ਹਾਂ ਨੇਤਰਾਂ ਨੇ ਸਾਹਿਬ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਦਰਸ਼ਨ ਕਰ ਲਏ, ਉਹ ਨੇਤਰਾਂ ਦਾ ਵੇਖਣਾ ਸਫਲਾ ਹੋ ਗਿਆ। ਨਹੀਂ ਤੇ ਇਹਨਾਂ ਨੇਤਰਾਂ ਦੇ ਨਾਲ ਦੁਨੀਆ ਦੇ ਲੋਕ ਪਾਪ ਦ੍ਰਿਸ਼ਟੀ ਨੂੰ ਹੀ ਤੱਕਦੇ ਨੇ, ਪਾਪ ਵੱਲ ਹੀ ਵੇਖਦੇ, ਕੁਕਰਮ ਵੱਲ ਹੀ ਵੇਖਦੇ। ਜਿਸਮਾਂ ਨੂੰ ਤੱਕਣ ਵੱਲ, ਸਰੀਰਾਂ ਨੂੰ ਤੱਕਣ ਵੱਲ ਲੋਕ ਲੱਗੇ ਹੋਏ, ਪਰ ਉਹ ਗੁਰਮੁਖ ਧਨ ਨੇ ਜਿਨ੍ਹਾਂ ਨੇ ਇਹਨਾਂ ਨੇਤਰਾਂ ਦੇ ਨਾਲ ਗੁਰੂ ਦਾ ਦਿਦਾਰਾ ਪ੍ਰਾਪਤ ਕਰ ਲਿਆ, ਗੁਰੂ ਦੇ ਦਰਸ਼ਨ ਕਰ ਲਏ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਤੇ ਚਰਨ ਭਲੇ ਸੋਭਨੀਕ ਹੈ ਮੇਰੀ ਜਿੰਦੜੀਏ। ਗੁਰਮੁਖੋ ਉਹ ਚਰਨ ਵੀ ਭਲੇ ਨੇ, ਬੜੇ ਸ਼ੋਭਨੀਕ ਨੇ। ਉਹਨਾਂ ਚਰਨਾਂ 'ਤੇ ਨਮਸਕਾਰ ਕਰੀਏ ਜਿਨ੍ਹਾਂ ਚਰਨਾਂ ਨੇ ਸਰੀਰ ਨੂੰ ਲੈ ਕੇ ਸਤਸੰਗਤ ਵਿੱਚ ਲੈ ਕੇ ਆਂਦਾ, ਜਿਨ੍ਹਾਂ ਚਰਨਾਂ ਦੇ ਨਾਲ ਤੂੰ ਗੁਰੂ ਦੀ ਪਰਿਕਰਮਾ ਕਰਦਾ ਪਿਆ ਹੈ, ਉਹ ਸਫਲਾ ਹੈ ਭਾਈ। ਉਹ ਪੈਰ ਸਫਲਾ ਹੈ ਜਿਹੜਾ ਗੁਰੂ ਦੇ ਘਰ ਨੂੰ ਚੱਲ ਕੇ ਆਇਆ ਹੈ। ਸਤਿਗੁਰੂ ਪਾਤਸ਼ਾਹ ਨੇ ਇਸ ਸ਼ਬਦ ਵਿੱਚ ਸਾਡੇ ਉਹ ਸਰੀਰ ਦੇ ਅੰਗਾਂ ਨੂੰ ਸਫਲਾ ਦੱਸਿਆ ਹੈ ਜਿਹੜੇ ਸੁੱਖਾਂ ਦੇ ਸਾਗਰ ਗੁਰੂ ਦੇ ਵੱਲ ਚੱਲ ਕੇ ਆਏ। ਨੇਤਰਾਂ ਨੇ ਗੁਰੂ ਦਾ ਦਿਦਾਰਾ ਕੀਤਾ, ਜ਼ੁਬਾਨ ਨੇ ਗੁਰੂ ਦਾ ਬਚਨ ਪੜ੍ਹਿਆ, ਕੰਨਾਂ ਨੇ ਗੁਰੂ ਦਾ ਬਚਨ ਸੁਣਿਆ। ਤੇ ਕਰਨ ਭਲੇ ਸੋਭ ਤੇ ਸ਼ਰਵਣ ਭਲੇ ਸੋਭਨੀਕ ਹੈ ਮੇਰੀ ਜਿੰਦੜੀਏ। ਇਹ ਬਚਨ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ, ਉਹ ਕੰਨ ਵੀ ਸਫਲੇ ਹੋ ਗਏ ਜਿਨ੍ਹਾਂ ਨੇ ਸਤਿਗੁਰਾਂ ਦੇ ਗੁਰਬਾਣੀ ਦੇ ਬਚਨਾਂ ਨੂੰ ਸੁਣਿਆ ਹੈ। ਮਹਾਰਾਜ ਕਹਿਣ ਲੱਗੇ, ਸੁਖ ਸਾਗਰ ਸਤਿਗੁਰੂ ਪਾਤਸ਼ਾਹ ਜੀ ਸੁੱਖਾਂ ਦੇ ਸਾਗਰ ਨੇ। ਸਤਿਗੁਰੂ ਸੁਖ ਸਾਗਰ ਜਗ ਅੰਤਰ,
ਇਸ ਜਗ ਸੰਸਾਰ ਵਿੱਚ ਹੀ ਤੂੰ ਸੁਖ ਚਾਹੁੰਦਾ ਨਾ, ਬਾਹਰੋਂ ਮਿਲ ਜਾਣਗੇ, ਬਾਹਰੋਂ ਨਹੀਂ। ਇੱਥੇ ਕੇਵਲ ਤੇ ਕੇਵਲ ਗੁਰੂ ਹੈ ਜੋ ਸੁਖਾਂ ਨੂੰ ਦੇਣ ਵਾਲਾ ਭਾਈ। ਐਸੀ ਦਾਤ ਪ੍ਰਾਪਤ ਹੁੰਦੀ ਹੈ। ਹੋਰ ਥੈ ਸੁਖ ਨਾਹੀ। ਦੂਜਾ ਬਚਨ ਤੇਰੇ ਇਹ ਮੰਨਣ ਵਾਲਾ ਵੀ ਹੋਰ ਥੈ, ਹੋਰ ਥਾਵਾਂ ਤੇ ਜਾ ਕੇ ਜੇ ਤੂੰ ਆਖੇ ਨਾ ਵੀ ਮੈਂ ਦੇਸ਼ ਵਿੱਚੋਂ ਵਿਦੇਸ਼ ਵਿੱਚੋਂ ਬਾਹਰੋਂ ਜਾ ਕੇ ਕਿਸੇ ਅਰਬ ਦੇਸ਼ ਚਲੇ ਜਾਵਾਂ, ਕਿਸੇ ਫੌਰਨ ਦੇਸ਼ ਚਲੇ ਜਾਵਾਂ, ਉੱਥੋਂ ਸੁੱਖ ਜਾ ਕੇ ਲੱਭ ਕੇ ਲੈ ਕੇ ਆਵਾਂਗਾ, ਬਹੁਤੇ ਹੀਰੇ ਮੋਤੀ ਕੋਲ ਹੋਣਗੇ ਤੇ ਉੱਥੋਂ ਸੁੱਖ ਲੱਭ ਕੇ ਲੈ ਆਵਾਂਗਾ, ਬਹੁਤਾ ਧਨ ਕੋਲ ਹੋਵੇਗਾ ਤੇ ਤਾਂ ਮਹਾਰਾਜ ਕਹਿਣ ਲੱਗੇ ਨਹੀਂ, ਹੋਰ ਥੈ ਸੁਖ ਨਾਹੀ। ਹੁਣ ਸਿੱਧਾ ਬਚਨ ਅਰਥ ਕਰਨ ਦੀ ਲੋੜ ਨਹੀਂ ਹੈ। ਹੋਰ ਥੈ, ਹੋਰ ਥਾਵਾਂ ਤੇ ਸੁਖ ਨਹੀਂ ਮਿਲੇਗਾ। ਜਿੰਨਾ ਮਰਜ਼ੀ ਭੱਜ ਕੇ ਵੇਖ ਲਾ, ਜਿੰਨਾ ਮਰਜ਼ੀ ਦੌੜ ਕੇ ਵੇਖ ਲਾ, ਭਾਵੇਂ ਦੇਸ਼ ਚਲੇ ਜਾ, ਵਿਦੇਸ਼ ਚਲੇ ਜਾ, ਵਪਾਰੀ ਬਣ ਜਾ, ਨੌਕਰੀ ਕਰਨ ਵਾਲਾ ਬਣ ਜਾ, ਭਾਵੇਂ ਰਾਜਾ ਕਿਉਂ ਨਾ ਬਣ ਜਾ, ਰਾਜਾ ਬਣ ਕੇ ਵੀ ਸੁਖ ਉਹ ਨਹੀਂ ਮਿਲਣਾ ਜਿਹੜਾ ਸੁਖ ਗੁਰੂ ਕੋਲੋਂ ਪ੍ਰਾਪਤ ਹੋਣਾ ਹੈ। ਪਾਤਸ਼ਾਹ ਕਹਿਣ ਲੱਗੇ ਸਤਿਗੁਰ ਸੁਖ ਸਾਗਰ ਜਗ ਅੰਤਰ, ਹੋਰ ਥੈ ਸੁਖ ਨਾਹੀ। ਗੁਰਮੁਖੋ ਹੋਰ ਥਾਵਾਂ ਤੇ ਸੁਖ ਨਹੀਂ ਮਿਲਦੇ ਜਿਹੜੇ ਸੁਖ ਗੁਰੂ ਕੋਲੋਂ ਮਿਲਦੇ ਨੇ। ਸੁਖ ਤੇਰਾ ਦਿੱਤਾ ਲਹੀਐ, ਉਹ ਕਿਰਪਾ ਕਰੇ ਤੇ ਤਾਂ ਸੁਖ ਦੀ ਪ੍ਰਾਪਤੀ ਹੁੰਦੀ ਹੈ। ਜਗਤ ਦੁਖ ਰੋਗ ਵਿਆਪਿਆ। ਇਹ ਜਿਹੜਾ ਜਗਤ ਸਾਰ ਹੈ ਨਾ ਗੁਰਮੁਖੋ, ਇਹ ਹਉਮੈ ਦੇ ਰੋਗ ਵਿੱਚ ਲੱਗ ਕੇ ਦੁਖੀ ਹੁੰਦਾ ਪਿਆ। ਦੁਨੀਆ ਵਿੱਚ ਹਰੇਕ ਨੂੰ ਹਉਮੈ ਦਾ ਰੋਗ ਲੱਗਾ। ਰੱਬ ਨੇ ਹਰੇਕ ਦੇ ਕੰਨ ਵਿੱਚ ਫੂਕ ਮਾਰੀ ਹੈ ਵੀ ਤੇਰੇ ਵਰਗਾ ਕੋਈ ਨਹੀਂ। ਜਦੋਂ ਦੁਨੀਆ ਤੇ ਆਉਣ ਵਾਸਤੇ ਜੀਵ ਚੱਲਿਆ ਨਾ ਪਰਮੇਸ਼ਰ ਦੇ ਕੋਲੋਂ, ਕੰਨ ਵਿੱਚ ਇਹ ਸਿਖਾਇਆ ਗਿਆ ਵੀ ਤੇਰੇ ਵਰਗਾ ਪਹਿਲਾਂ ਉੱਥੇ ਕੋਈ ਨਹੀਂ ਭੇਜਿਆ। ਐਸੀ ਹਉਮੈ ਦੀ ਮਨ ਵਿੱਚ ਸਾਡੇ ਫੂਕ ਮਾਰੀ ਹੈ, ਉਹ ਹਉਮੈ ਟਿਕਣ ਹੀ ਨਹੀਂ ਦਿੰਦੀ ਹੈ। ਮੇਰੇ ਵਰਗਾ ਕੋਈ ਨਹੀਂ ਹੈ ਕਿ ਉਹ ਹਉਮੈ ਕਿਸੇ ਵੀ ਰੂਪ ਵਿੱਚ ਆ ਸਕਦੀ ਹੈ। ਮੇਰੇ ਰੰਗ ਵਰਗਾ ਰੰਗ ਨਹੀਂ, ਮੇਰੇ ਕੱਪੜੇ ਵਰਗਾ ਕੱਪੜਾ ਨਹੀਂ, ਮੇਰੇ ਧਨ ਵਰਗਾ ਧਨ ਨਹੀਂ, ਮੇਰੀ ਜਾਤ ਵਰਗੀ ਜਾਤ ਨਹੀਂ, ਮੇਰੀ ਗੋਤ ਵਰਗੀ ਗੋਤ ਨਹੀਂ, ਮੇਰੀ ਪੜ੍ਹਾਈ ਵਰਗੀ ਪੜ੍ਹਾਈ ਨਹੀਂ, ਮੇਰੇ ਖਾਨਦਾਨ ਵਰਗਾ ਕੋਈ ਖਾਨਦਾਨ ਨਹੀਂ। ਇਹ ਸਾਰੀ ਹਉਮੈ ਹੀ ਹੈ ਨਾ, ਕਿਸੇ ਨਾ ਕਿਸੇ ਰੂਪ ਵਿੱਚ ਆ ਹੀ ਜਾਂਦੀ ਹੈ। ਪਾਤਸ਼ਾਹ ਕਹਿਣ ਲੱਗੇ ਕਿ ਹਉਮੈ ਜਗਤ ਦੁੱਖ ਰੋਗ ਵਿਆਪਿਆ। ਇਹ ਜਿਹੜਾ ਜਗਤ ਸੰਸਾਰ ਹੈ ਨਾ ਗੁਰਮੁਖੋ, ਇਹਨਾਂ ਨੂੰ ਹਉਮੈ ਦਾ ਰੋਗ ਲੱਗਾ ਹੋਇਆ। ਇਸ ਕਰਕੇ ਸਾਰਾ ਸੰਸਾਰ ਦੁੱਖ ਵਿੱਚ ਹੀ ਪਿਆ ਹੋਇਆ, ਕੋਈ ਸੁਖੀ ਨਹੀਂ ਹੈ। ਡਿੱਠਾ ਸਭ ਸੰਸਾਰ ਸੁਖ ਨਾ ਨਾਮ ਬਿਨ, ਨਾਨਕ ਦੁਖੀਆ ਸਭ ਸੰਸਾਰ, ਬਾਲੀ ਰੋਵੈ ਨਾਹੇ ਪਤਾਰ। ਇਹ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਦੇ ਬਚਨ ਨੇ। ਜਿੰਨਾ ਚਿਰ ਸਾਡੇ ਮਨ ਵਿੱਚ ਹਉਮੈ ਉਹਨਾਂ ਚਿਰ ਦੁੱਖਾਂ ਦਾ ਇਹ ਰੋਗ ਲੱਗਾ ਹੀ ਰਹਿਣਾ ਹੈ, ਕਦੇ ਸੁੱਖ ਮਿਲਣਾ ਹੀ ਨਹੀਂ। ਨਾ ਹਉਮੈ ਖਤਮ ਹੋਵੇ ਨਾ ਸੁੱਖ ਮਿਲੇ। ਇਸ ਕਰਕੇ ਪਹਿਲਾਂ ਹਉਮੈ ਨੂੰ ਖਤਮ ਕਰ, ਦੂਰ ਕਰ, ਤੇ ਤਾਂ ਤੈਨੂੰ ਸੁੱਖ ਦੀ ਪ੍ਰਾਪਤੀ ਹੈ। ਪਰ ਜਿਹੜੇ ਗੁਰਮੁਖੋ ਹਉਮੈ ਦੇ ਰੋਗ ਨੂੰ ਦੂਰ ਨਹੀਂ ਨਾ ਕਰਨਗੇ ਵੀ ਮੈਂ ਵੱਡਾ, ਸਾਡੀ ਬਿਰਤੀ ਇਹੋ ਜਿਹੀ ਬਣ ਜਾਂਦੀ ਹੈ, ਅਸੀਂ ਧਾਰਮਿਕ ਸਥਾਨਾਂ 'ਤੇ ਜਾ ਕੇ ਇਹ ਦੱਸਦੇ ਹਾਂ। ਮੰਦਰ ਵਿੱਚ ਚਲੇ ਗਏ ਨਾ, ਉੱਥੇ ਅਸੀਂ ਆਪਣੀ ਤਾਕਤ ਵਿਖਾਉਣੀ ਹੈ ਵੀ ਮੈਂ ਇਸ ਤਾਕਤ ਦਾ ਮਾਲਕ ਹਾਂ, ਮੇਰੇ ਕੋਲ ਇੰਨੀ ਪਹੁੰਚ ਹੈ। ਜੇ ਅਸੀਂ ਗੁਰਦੁਆਰੇ ਚਲੇ ਗਏ ਤੇ ਉੱਥੇ ਜਾ ਕੇ ਵੀ ਅਸੀਂ ਫਰਮਾਇਸ਼ ਕਰਾਂਗੇ, ਦੱਸਾਂਗੇ ਵੀ ਮੈਂ ਆਇਆ ਹਾਂ, ਮੈਨੂੰ ਜੀ ਆਇਆਂ ਕਿਉਂ ਨਹੀਂ ਆਖਿਆ ਗਿਆ। ਇਹ ਹਉਮੈ ਦਾ ਰੋਗ ਹੈ ਵੀ ਜੀ ਆਇਆਂ ਮੈਨੂੰ ਕਹੋ, ਮੈਨੂੰ ਸੇਵਾ ਪਾਣੀ ਮੇਰਾ ਕਰੋ, ਤਾਂ ਗੱਲ ਬਣਦੀ ਹੈ। ਪਰ ਜਿਹੜੇ ਇਹ ਹਉਮੈ ਦਾ ਰੋਗ ਲੈ ਕੇ ਜਾਂਦੇ ਮਹਾਰਾਜ ਦੇ ਕੋਲ, ਉਹ ਖਾਲੀ ਰਹਿ ਜਾਂਦੇ। ਗੁਰਮੁਖੋ ਹਉਮੈ ਦਾ ਰੋਗ ਲੈ ਕੇ ਨਾ ਬਾਦਸ਼ਾਹ ਹਿਮਾਯੂ ਆ ਗਿਆ। ਗੁਰੂ ਅੰਗਦ ਦੇਵ ਮਹਾਰਾਜ ਜੀ ਖਡੂਰ ਸਾਹਿਬ ਦੇ ਵਿੱਚ ਬੈਠੇ ਸਨ, ਬੱਚਿਆਂ ਨੂੰ ਪੜ੍ਹਾਉਂਦੇ ਪਏ, ਛੋਟੇ ਛੋਟੇ ਬੱਚਿਆਂ ਨੂੰ ਮਹਾਰਾਜ ਗੁਰਮੁਖੀ ਪੜ੍ਹਾਉਂਦੇ ਪਏ। ਤੇ ਧਿਆਨ ਲੱਗੇ ਸਨ ਬੱਚਿਆਂ ਦੇ, ਬੱਚੇ ਪੁੱਛਦੇ ਪਏ, ਮਹਾਰਾਜ ਦੱਸਦੇ ਪਏ। ਇੰਨੇ ਚਿਰ ਨੂੰ ਕਹਿੰਦੇ ਹਿਮਾਯੂ ਬਾਦਸ਼ਾਹ ਆ ਗਿਆ। ਹੁਣ ਜਿਵੇਂ ਬਾਦਸ਼ਾਹਾਂ ਨੂੰ ਆਦਤ ਹੁੰਦੀ ਹੈ ਵੀ ਅਸੀਂ ਜਾਈਏ, ਸਾਨੂੰ ਅੱਗੋਂ 50,000 ਬੰਦਾ ਜੀ ਆਇਆਂ ਕਹਿਣ ਵਾਸਤੇ ਖਲੋਤਾ ਹੋਵੇ, ਸਾਡੇ ਫੁੱਲਾਂ ਦੇ ਹਾਰ ਪਾਏ ਜਾਣ, ਸਾਡੀ ਜੈ ਜੈਕਾਰ ਕੀਤੀ ਜਾਵੇ। ਪਰ ਹਿਮਾਯੂ ਇਹ ਭੁੱਲ ਗਿਆ ਵੀ ਮੈਂ ਧਾਰਮਿਕ ਸਥਾਨ 'ਤੇ ਗੁਰੂ ਦੇ ਕੋਲ ਆਇਆ, ਇੱਥੇ ਵੀ ਜੇ ਜੈ ਜੈਕਾਰ ਕਰਾਉਣੀ ਹੈ ਤੇ ਫਿਰ ਲਾਭ ਕੀ ਹੋਇਆ। ਮਹਾਰਾਜ ਦੇ ਕੋਲ ਖੜ ਗਿਆ ਤੇ ਸਤਿਗੁਰਾਂ ਨੇ ਵੇਖਿਆ ਨਾ ਵੀ ਹੰਕਾਰ ਲੈ ਕੇ ਆਇਆ, ਹੰਕਾਰੀਆਂ ਨੂੰ ਥੋੜ੍ਹੀ ਕੁਝ ਮਿਲਦਾ। ਤੇ ਫਿਰ ਮਹਾਰਾਜ ਤੇ ਤਲਵਾਰ ਕੱਢਣ ਲੱਗਾ, ਕਤਲ ਹੀ ਕਰਦਿਆਂ ਇਹਨੇ ਮੈਨੂੰ ਜੀ ਆਇਆਂ ਕਿਉਂ ਨਹੀਂ ਆਖਿਆ। ਉਸ ਹਿਮਾਯੂ ਬਾਦਸ਼ਾਹ ਵਰਗੀ ਸਾਡੀ ਹਾਲਤ ਹੈ, ਅਸੀਂ ਵੀ ਇਹੋ ਕੁਝ ਹੀ ਕਰਦੇ। ਮੈਂ ਗੁਰਦੁਆਰੇ ਆਇਆ, ਮੈਨੂੰ ਵਿਸ਼ੇਸ਼ ਚਾਹ ਪਾਣੀ ਕਿਉਂ ਨਹੀਂ ਪੁੱਛਿਆ ਗਿਆ, ਮੈਨੂੰ ਵਿਸ਼ੇਸ਼ ਕੁਰਸੀ ਕਿਉਂ ਨਹੀਂ ਮਿਲੀ ਬੈਠਣ ਵਾਸਤੇ,
ਮੈਨੂੰ ਜੀ ਆਇਆਂ ਕਿਉਂ ਨਹੀਂ ਆਖਿਆ ਗਿਆ, ਮੇਰੇ ਪ੍ਰੋਗਰਾਮ ਨੂੰ ਪਹਿਲ ਕਿਉਂ ਨਹੀਂ ਦਿੱਤੀ ਗਈ। ਇਹ ਸਾਡੀ ਹਉਮੈ ਹੈ, ਹੰਕਾਰ ਹੈ। ਗੁਰਦੁਆਰੇ ਗੁਰੂ ਘਰ ਆ ਕੇ ਨਹੀਂ ਛੱਡਦੇ, ਮੰਦਰ ਵਿੱਚ ਚਲੇ ਜਾਈਏ ਉੱਥੇ ਨਹੀਂ ਛੱਡਦੇ, ਉੱਥੇ ਜਾ ਕੇ ਵੀ ਆਖਦਾ ਮੈਂ ਲਾਈਨ 'ਚ ਨਹੀਂ ਲੱਗਾਂਗਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਨ੍ਹਾਂ ਨੂੰ ਹਉਮੈ ਦਾ ਰੋਗ ਲੱਗਾ ਮਰ, ਉਹ ਦੁਨੀਆ ਤੋਂ ਹਉਮੈ ਵਿੱਚ ਮਰ ਕੇ ਚਲੇ ਜਾਣਗੇ। ਮਹਾਰਾਜ ਫਿਰ ਕੀ ਹੋਵੇਗਾ? ਪਾਤਸ਼ਾਹ ਕਹਿੰਦੇ ਫਿਰ ਜਨਮ ਲੈ ਲੈਣਗੇ। ਹਉਮੈ ਦੇ ਵਿੱਚ ਹੀ ਮਰ ਗਏ, ਉਸ ਹਉਮੈ ਨੇ ਦੁਬਾਰਾ ਜਨਮ ਦੇ ਦਿੱਤਾ। ਮਰ ਜਨਮੈ, ਪਹਿਲਾਂ ਮਰਨਗੇ ਫਿਰ ਜਨਮ ਲੈਣਗੇ। ਰੋਵੈ ਤਾਹੀਂ, ਤਾਹਾਂ ਮਾਰ ਮਾਰ ਕੇ ਰੋਣਗੇ, ਕਦੇ ਜਨਮਾਂ ਦੇ ਦੁੱਖਾਂ ਤੋਂ, ਕਦੇ ਜਮਾਂ ਦੀ ਮਾਰ ਤੋਂ, ਕਦੇ ਨਰਕਾਂ ਦੇ ਦੁੱਖ ਤੋਂ ਤਾਹਾਂ ਮਾਰ ਮਾਰ ਕੇ ਰੋਂਦੇ, ਪਰ ਕੋਈ ਨਾ ਸੁਣੈ ਪੁਕਾਰ। ਉੱਥੇ ਕਿਸੇ ਨੇ ਪੁਕਾਰ ਕੋਈ ਨਹੀਂ ਸੁਣਦੀ। ਇਹ ਉਹਨਾਂ ਦੀ ਹਾਲਤ ਹੈ ਜਿਹੜੇ ਹਉਮੈ ਵਿੱਚ ਲੱਗੇ ਹੋਏ ਹਨ। ਸਤਿਗੁਰ ਸੇਵ ਸੁਖ ਪਾਏ। ਐ ਪ੍ਰਾਣੀ, ਐ ਜੀਵ, ਤੈਨੂੰ ਅਸੀਂ ਅੱਜ ਮੰਤਰ ਦੇਣ ਲੱਗੇ ਆ। ਬੜੀ ਕੰਮ ਦੀ ਗੱਲ ਹੈ, ਪੱਲੇ ਬੰਨ ਲਾ ਜੇ ਜਨਮ ਸਫਲਾ ਕਰਨਾ। ਮਹਾਰਾਜ ਕਿਹੜੀ ਐਸੀ ਕੰਮ ਦੀ ਗੱਲ ਹੈ? ਸਤਿਗੁਰ ਸੇਵ ਸੁਖ ਪਾਏ। ਗੁਰੂ ਦੀ ਸੇਵਾ ਕਰ ਲਾ ਤਾਂ ਸੁਖ ਮਿਲਣਾ ਹੈ। ਜੇ ਗੁਰੂ ਦੀ ਸੇਵਾ ਛੱਡ ਕੇ ਹਉਮੈ ਵਿੱਚ ਲੱਗ ਗਿਆ, ਸੁਖ ਨਹੀਂ, ਦੁੱਖ ਤੇ ਜ਼ਰੂਰ ਮਿਲੇਗਾ। ਗੁਰੂ ਦੀ ਸੇਵਾ ਕਰੇਗਾ ਤੇ ਸੁਖ ਮਿਲਦਾ ਹੈ। ਸੇਵਾ ਤਾਂ ਸੁਖ ਪਾਵੈ, ਨਾਹੀ ਤਾਂ ਜਾਏਗਾ ਜਨਮ ਗਵਾਏ। ਸਤਿਗੁਰੂ ਫਰਮਾਉਂਦੇ ਗੁਰੂ ਦੀ ਸੇਵਾ ਕਰੇਗਾ ਤੇ ਸੁਖ ਪਾਵੇਗਾ। ਤੇ ਕਈ ਵਾਰੀ ਅਸੀਂ ਕੀ ਕਹਿ ਦਿੰਦੇ, ਸਾਡਾ ਕੀ ਜਵਾਬ ਹੁੰਦਾ, ਜੇ ਇਹ ਕੰਮ ਮੈਂ ਨਾ ਕਰਾਂ ਤੇ ਫਿਰ। ਹੁਣ ਗੁਰੂ ਅੱਗੇ ਵੀ ਸਾਡਾ ਇਹੋ ਹੀ ਸਵਾਲ ਹੈ ਵੀ ਮਹਾਰਾਜ ਜੇ ਮੈਂ ਸੇਵਾ ਨਾ ਕਰਾਂ ਤੇ ਕੀ ਕਰ ਲੋਗੇ? ਤੇ ਮਹਾਰਾਜ ਕਹਿਣ ਲੱਗੇ ਕਰਨਾ ਕੀ ਹੈ? ਨਹੀਂ ਸੇਵਾ ਕਰਨੀ ਤੇ ਨਾ ਕਰ। ਜੇ ਸੇਵਾ ਨਹੀਂ ਕਰੇਗਾ ਤੇ ਜਾਹੇਗਾ ਜਨਮ ਗਵਾਏ। ਗੁਰੂ ਦਾ ਨੁਕਸਾਨ ਥੋੜੀ ਹੋਣਾ, ਗੁਰੂ ਤੇ ਮੁਕਤ ਹੈ। ਨੁਕਸਾਨ ਤੇਰਾ ਹੋਣਾ, ਤੂੰ ਆਪਣਾ ਮਨੁੱਖਾ ਜਨਮ ਇੱਥੇ ਗਵਾ ਕੇ ਚਲੇ ਚੱਲਿਆ। ਜਿਸ ਜਨਮ ਨੇ ਤੈਨੂੰ ਪੈਸਿਆਂ ਦੇ ਨਾਲ ਨਹੀਂ ਮਿਲਣਾ, ਜਿਸ ਜਨਮ ਨੇ ਤੈਨੂੰ ਆਪਣੀ ਕਿਸੇ ਪਹੁੰਚ ਨਾਲ ਨਹੀਂ ਮਿਲਣਾ, ਇਹ ਜਨਮ ਮਿਲਿਆ ਸੀ ਪ੍ਰਮਾਤਮਾ ਦੀ ਬਖਸ਼ਿਸ਼ ਦੇ ਨਾਲ। ਤੇ ਪਾਤਸ਼ਾਹ ਕਹਿੰਦੇ ਇਹ ਜਨਮ ਫਿਰ ਤੂੰ ਗਵਾ ਕੇ ਹੀ ਜਾਵੇਂਗਾ, ਖੱਟ ਕੇ ਕੁਝ ਨਹੀਂ ਜਾਏਗਾ। ਤੇ ਸਾਡਾ ਸਵਾਲ ਸੀ ਨਾ ਵੀ ਜੇ ਸੇਵਾ ਨਾ ਕਰਾਂ ਤੇ ਤਾਂ ਕੀ ਹੋਵੇਗਾ, ਗੁਰੂ ਦੀ ਗੱਲ ਨਾ ਮੰਨਾਂ ਤੇ ਤਾਂ ਕੀ ਹੋਵੇਗਾ। ਕਿਉਂਕਿ ਜ਼ਿੰਦਗੀ ਵਿੱਚ ਅਸੀਂ ਗੱਲ ਕਰਦੇ ਹਾਂ, ਸਾਨੂੰ ਕੋਈ ਬੰਦਾ ਕਵੇ ਨਾ ਵੀ ਆਹ ਕੰਮ ਕਰ ਤੇ ਆਪਾਂ ਆਖਦੇ ਵੀ ਜਾ ਮੈਂ ਨਹੀਂ ਕਰਦਾ, ਤੂੰ ਕਰ ਲਾ ਜੋ ਕਰਨਾ। ਹੁਣ ਇਹੋ ਜਿਹੀ ਬਿਰਤੀ ਜਦੋਂ ਬਣ ਜਾਏ ਫਿਰ ਗੁਰੂ ਨੂੰ ਵੀ ਇਹ ਸਵਾਲ ਹੁੰਦਾ ਵੀ ਮੈਂ ਨਹੀਂ ਸੇਵਾ ਕਰਦਾ ਜੀ, ਮੈਂ ਨਹੀਂ ਨਾਮ ਜਪਦਾ, ਕੀ ਕਰੋਗੇ? ਮਹਾਰਾਜ ਕਹਿੰਦੇ ਕਰਨਾ ਕੀ ਹੈ? ਜਾਹੇਗਾ ਜਨਮ ਗਵਾਏ। ਤੂੰ ਆਪਣਾ ਮਨੁੱਖਾ ਜਨਮ ਆਪੇ ਗਵਾ ਕੇ ਇੱਥੋਂ ਚਲੇ ਜਾਣਾ ਹੈ। ਤ੍ਰੈ ਗੁਣ ਧਾਤ ਬਹੁ ਕਰਮ ਕਮਾਵਾ, ਹਰ ਰਸ ਸਾਧ ਨਾ ਆਇਆ। ਇਹ ਜਿਹੜਾ ਤ੍ਰੈ ਗੁਣੀ ਜੀਵ ਹੈ ਨਾ, ਰਜੋ ਗੁਣੀ, ਤਮੋ ਗੁਣੀ, ਸਤੋ ਗੁਣੀ, ਇਹ ਜਿਹੜਾ ਜੀਵ ਹੈ ਇਹ ਧਾਤ ਕਹੀਏ ਦੌੜਦਾ ਤੇ ਬਹੁਤ ਹੈ। ਅਸੀਂ ਦੌੜ ਨਹੀਂ ਲਾਉਂਦੇ, ਜਿਹੜੇ ਵੀ ਭੱਜੇ ਫਿਰਦੇ ਗੱਡੀਆਂ ਮੋਟਰਾਂ ਤੇ ਇੱਧਰ ਉੱਧਰ ਨੂੰ, ਰਾਤ ਨੂੰ ਵੀ ਭੱਜੇ ਫਿਰਦੇ, ਆਹ ਵੀ ਕਰ ਲਈਏ, ਆਹ ਵੀ ਕਰ ਲਈਏ। ਕਦੇ ਕਥਾ ਸੁਣਨ ਦਾ ਟਾਈਮ ਨਹੀਂ, ਕਦੇ ਕੀਰਤਨ ਸੁਣਨ ਦਾ ਟਾਈਮ ਨਹੀਂ, ਕਦੇ ਪਾਠ ਕਰਨ ਦਾ ਟਾਈਮ ਨਹੀਂ। ਉਹ ਭੱਜ ਲੋ ਹੈ, ਭੱਜ ਲੋ ਹੈ, ਆਹ ਰਹਿ ਗਿਆ ਹੈ, ਉਹ ਰਹਿ ਗਿਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜੀਵ ਦਿਨੇ ਰਾਤ ਹੀ ਦੌੜਾਂ ਲਾਉਂਦਾ, ਭੱਜਾ ਹੀ ਫਿਰਦਾ। ਕਦੇ ਘਰ ਦੇ ਵਿੱਚ, ਕਦੇ ਵਿਹੜੇ ਵਿੱਚ, ਕਦੇ ਰਸੋਈ ਵਿੱਚ, ਕਦੇ ਰਿਸ਼ਤੇਦਾਰਾਂ ਕੋਲ, ਕਦੇ ਨੌਕਰੀ ਤੇ, ਕਦੇ ਬਿਜ਼ਨਸ ਤੇ, ਭੱਜਾ ਹੋਇਆ ਦੌੜਾਂ ਲਾਉਂਦਾ ਪਿਆ। ਤ੍ਰੈ ਗੁਣ ਧਾਤ, ਧਾਤ ਤੋਂ ਭਾਵ ਹੈ ਦੌੜਾਂ, ਦੌੜਨਾ। ਇਹ ਤਿੰਨੀ ਗੁਣੀ ਜੀਵ ਦੌੜਦਾ ਬਹੁਤ ਹੈ। ਬਹੁ ਕਰਮ ਕਮਾਵੇ, ਇਹ ਨਹੀਂ ਵੀ ਖਾਲੀ ਦੌੜਦਾ ਪਿਆ, ਕੰਮ ਵੀ ਬੜੇ ਕਰਦਾ ਭੱਜ ਭੱਜ ਕੇ। ਭੱਜ ਕੇ ਨੌਕਰੀ ਤੇ ਸਮੇਂ ਸਿਰ ਪਹੁੰਚ ਜਾਂਦਾ ਹੈ, ਭੱਜ ਕੇ ਬਿਜ਼ਨਸ ਤੇ ਸਮੇਂ ਸਿਰ ਪਹੁੰਚ ਜਾਂਦਾ, ਵਿਗੜਨ ਤੋਂ ਬਚਾ ਲੈਂਦਾ। ਭੱਜ ਭੱਜ ਕੇ ਘਰ ਦੇ ਕੰਮ ਕਰਦਾ, ਸਫਾਈਆਂ ਵਗੈਰਾ ਕਰ ਲੈਂਦਾ ਹੈ, ਕਰਮ ਤੇ ਬੜੇ ਕਰਦਾ ਹੈ, ਪਰ ਹਰ ਰਸ ਸਾਧ ਨਾ ਆਇਆ। ਪਰਮਾਤਮਾ ਦੇ ਨਾਮ ਦਾ ਸਵਾਦ ਨਹੀਂ ਆਇਆ। ਘਰ ਦੇ ਕੰਮ ਕਰਕੇ, ਬਿਜ਼ਨਸ ਦੇ ਕੰਮ ਕਰਕੇ, ਵਪਾਰ ਦੇ ਕੰਮ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਦਾ ਸਵਾਦ ਨਹੀਂ ਆਇਆ। ਸਵਾਦ ਤੋਂ ਖਾਲੀ ਰਹਿ ਗਿਆ, ਨਾਮ ਦਾ ਰਸ ਨਹੀਂ ਆਇਆ ਹੈ। ਕੁਝ ਲੋਕ ਆਪਣੇ ਆਪ ਨੂੰ ਧਰਮੀ ਅਖਵਾਉਂਦੇ ਨੇ ਵੀ ਮੈਂ ਧਰਮੀ ਹਾਂ, ਤੇ ਉਹ ਫਿਰ ਧਰਮ ਦੀ ਪੂਰੀ ਕਿਰਿਆ ਕਰਦੇ। ਕਿਵੇਂ? ਸਾਰਿਆਂ ਤੋਂ ਪਹਿਲਾਂ ਮਹਾਰਾਜ ਨੇ ਬਚਨ ਲਿਖਿਆ ਸੰਧਿਆ ਕਰਦੇ। ਸੰਧਿਆ ਨੂੰ ਧੂਪ ਬੱਤੀ ਕਰਕੇ ਪੂਜਾ ਕਰਨੀ,
ਨਾਰੀਅਲ ਭੰਨਣਾ, ਜੋਤ ਜਗਾਉਣੀ। ਸੰਧਿਆ ਪੂਰੀ ਹੋ ਗਈ ਜੀ, ਸਾਡਾ ਸ਼ਾਮ ਦਾ ਪ੍ਰੋਗਰਾਮ ਪੂਰਾ ਹੋ ਗਿਆ। ਸ਼ਾਮ ਨੂੰ ਇਸ਼ਨਾਨ ਵੀ ਕਰ ਲਿਆ, ਮੋਮਬੱਤੀ ਵੀ ਜਗਾ ਲਈ ਹੈ, ਦੀਵਾ ਵੀ ਜਗਾ ਲਿਆ, ਜੋਤ ਵੀ ਜਗਾ ਲਈ ਹੈ, ਧੂਫ ਵੀ ਜਗਾ ਲਈ ਹੈ, ਨਾਰੀਅਲ ਵੀ ਚੜਾਇਆ, ਟਿੱਕਾ ਵੀ ਮੱਥੇ ਤੇ ਲਾਇਆ, ਆਰਤੀ ਵੀ ਉਤਾਰੀ ਹੈ। ਇਹ ਸੰਧਿਆ ਕਰ ਲਈ ਹੈ। ਦੂਜਾ ਬਚਨ ਮਹਾਰਾਜ ਕਹਿਣ ਲੱਗੇ ਫਿਰ ਤਰਪਣ ਵੀ ਕਰ ਲੈਂਦਾ। ਤੇ ਤੀਜਾ ਬਚਨ ਮਹਾਰਾਜ ਕਹਿੰਦੇ ਫਿਰ ਗਾਇਤਰੀ। ਗਾਇਤਰੀ ਇੱਕ ਮੰਤਰ ਹੈ ਹਿੰਦੂ ਮਤ ਦੇ ਵਿੱਚ, ਤੇ ਉਹ ਗਾਇਤਰੀ ਮੰਤਰ ਦਾ ਜਾਪ ਵੀ ਕਰਦਾ, ਕਦੇ ਸਵੇਰੇ, ਕਦੇ ਸ਼ਾਮ, ਕਦੇ ਦੁਪਹਿਰੇ। ਗਾਇਤਰੀ ਮੰਤਰ ਦਾ ਜਾਪ ਕਰਕੇ ਬਿਨ ਬੁਝੇ, ਪਰ ਪਰਮਾਤਮਾ ਨੂੰ ਬੁਝਿਆ ਨਹੀਂ। ਮੰਤਰ ਵਿੱਚੋਂ ਰੱਬ ਨੂੰ ਨਹੀਂ ਜਾਣਿਆ। ਮੰਤਰ ਇਸ ਵਾਸਤੇ ਨਹੀਂ ਸੀ ਪੜ੍ਹਿਆ ਗਾਇਤਰੀ ਦਾ ਵੀ ਮੈਨੂੰ ਪਰਮਾਤਮਾ ਦੀ ਸਮਝ ਆਵੇ। ਮੰਤਰ ਗਾਇਤਰੀ ਦਾ ਤਾਂ ਪੜ੍ਹਿਆ ਵੀ ਮੈਨੂੰ ਦੁੱਖ ਨਾ ਲੱਗੇ, ਜਾਂ ਮੰਤਰ ਤਾਂ ਪੜ੍ਹਿਆ ਮੈਨੂੰ ਪਦਾਰਥ ਮਿਲ ਜਾਵੇ, ਮੈਂ ਫਲਾਣੀ ਚੀਜ਼ ਚਾਹੁੰਦਾ ਹਾਂ, ਇੰਨੇ ਜਾਪ ਕਰਾਂਗਾ ਗਾਇਤਰੀ ਮੰਤਰ ਦੇ ਮਿਲ ਜਾਵੇ। ਸਤਿਗੁਰੂ ਪਾਤਸ਼ਾਹ ਕਹਿੰਦੇ ਸ਼ਾਮ ਨੂੰ ਮੋਮਬੱਤੀਆਂ, ਦੀਵੇ, ਜੋਤਾਂ ਜਗਾ ਲੈਂਦਾ, ਸੰਧੂਰ ਮੱਥੇ ਤੇ ਲਾ ਲੈਂਦਾ, ਨਾਰੀਅਲ ਚੜਾ ਲੈਂਦਾ, ਟਲ ਖੜਕਾ ਲੈਂਦਾ, ਤਰਪਣ ਕਰ ਲੈਂਦਾ, ਗਾਇਤਰੀ ਦੇ ਮੰਤਰ ਪੜ੍ਹ ਲੈਂਦਾ, ਸਭ ਕੁਝ ਕਰ ਲਿਆ, ਪਰ ਬਿਨ ਬੁਝੇ, ਰੱਬ ਨੂੰ ਨਹੀਂ ਬੁਝਿਆ, ਰੱਬ ਨੂੰ ਨਹੀਂ ਜਾਣਿਆ। ਮੰਤਰ ਕੀ ਕਹਿੰਦਾ, ਪੂਜਾ ਕੀ ਕਹਿੰਦੀ ਹੈ, ਧਰਮ ਕੀ ਕਹਿੰਦਾ, ਇਹ ਨਹੀਂ ਜਾਣਿਆ। ਦੁੱਖ ਪਾਇਆ, ਸਗੋਂ ਦੁੱਖ ਹੀ ਮਿਲਿਆ, ਵੱਜ ਗਿਆ, ਹੋਰ ਤੋਂ ਹੋਰ ਅੱਗੇ ਵੱਜ ਗਿਆ, ਮੁਕਤ ਨਹੀਂ ਹੋਇਆ ਹੈ। ਸਤਿਗੁਰ ਸੇਵਾ ਸੋ ਵਡ ਭਾਗੀ, ਜਿਸਨੋ ਆਪ ਮਿਲਾਏ। ਜਿਹੜਾ ਭਾਈ ਗੁਰੂ ਦੀ ਸੇਵਾ ਕਰਦਾ, ਸੇਵਾ ਦੇ ਵਿੱਚੋਂ ਸਿਮਰਨ ਮਿਲਦਾ, ਸੇਵਾ ਵਿੱਚੋਂ ਸਿਮਰਨ ਲੱਭਦਾ, ਤਾਂ ਸੇਵਾ ਕਰੀਦੀ ਹੈ। ਸਿਮਰਨ ਆਪਣੇ ਆਪ ਨਹੀਂ ਮਿਲੇਗਾ। ਸੇਵਾ ਹੋਵੇਗੀ, ਗੁਰੂ ਖੁਸ਼ ਹੋਵੇਗਾ, ਗੁਰੂ ਖੁਸ਼ ਹੋਵੇਗਾ, ਗੁਰੂ ਸਿਮਰਨ ਦੇਵੇਗਾ, ਨਾਮ ਦੇਵੇਗਾ, ਨਾਮ ਦੀ ਕਮਾਈ ਕਰੇਗਾ ਤੇ ਦੁਨੀਆ ਤੋਂ ਮੁਕਤ ਹੋਵੇਗਾ। ਇੱਕ ਪ੍ਰਕਿਰਿਆ ਹੈ, ਸਟੈਪ ਬਾਏ ਸਟੈਪ, ਵਾਰੀ ਵਾਰੀ ਕੀ ਕਰਨਾ। ਜੇ ਅਸੀਂ ਉਲਟੇ ਪਾਸਿਓਂ ਚੱਲਾਂਗੇ ਮੰਜ਼ਿਲ ਤੇ ਨਹੀਂ ਪਹੁੰਚਾਂਗੇ। ਹੁਣ ਜਿੱਥੇ ਫਾਈਲ ਜਮ੍ਹਾਂ ਹੁੰਦੀ ਹੈ ਨਾ, ਸਿੱਧਾ ਉੱਥੇ ਪਹੁੰਚੇਗਾ ਤੇ ਕੀ ਬਣੇਗਾ। ਪਹਿਲਾਂ ਪੇਪਰ ਲੈਣਾ ਪਵੇਗਾ, ਫਿਰ ਉਹਨੂੰ ਚੰਗੀ ਤਰ੍ਹਾਂ ਵੇਖਣਾ ਪਵੇਗਾ, ਭਰਨਾ ਪਵੇਗਾ, ਸਾਰੀ ਜੋ ਉੱਥੇ ਲੋੜੀ ਦੀਆਂ ਵਸਤੂਆਂ ਇਕੱਠੀਆਂ ਕਰਨੀਆਂ ਪੈਣਗੀਆਂ, ਫਿਰ ਜਾ ਕੇ ਜਮ੍ਹਾਂ ਹੋਵੇਗਾ, ਗੱਲ ਤਾਂ ਬਣਨੀ ਹੈ। ਇਸੇ ਤਰ੍ਹਾਂ ਜ਼ਿੰਦਗੀ ਵੀ ਸਾਡੀ ਇੱਕ ਫਾਈਲ ਹੀ ਹੈ ਨਾ, ਇਹਨੂੰ ਤਰਤੀਬਵਾਰ ਹੀ ਚੱਲਣਾ ਪਵੇਗਾ। ਜੇ ਸਹੀ ਤਰੀਕੇ ਨਾਲ ਚੱਲੇਗਾ ਤੇ ਪਹੁੰਚੇਗਾ, ਉਲਟਾ ਚੱਲ ਪਿਆ ਤੇ ਰਾਹ ਵਿੱਚ ਰਹਿ ਜਾਏਗਾ। ਮਹਾਰਾਜ ਕਹਿਣ ਲੱਗੇ ਸਤਿਗੁਰ ਸੇਵੇ ਸੇ ਵਡ ਭਾਗੀ। ਜਿਹੜੇ ਗੁਰੂ ਦੀ ਸੇਵਾ ਕਰਦੇ ਵੱਡਿਆਂ ਭਾਗਾਂ ਵਾਲੇ, ਉਹਨਾਂ ਨੂੰ ਫਿਰ ਸਤਿਗੁਰੂ ਆਪ ਨਾਮ ਦੀ ਦਾਤ ਦੇ ਕੇ ਮਿਲਾ ਦਿੰਦੇ ਹਨ। ਹਰ ਰਸ ਪੀ ਜਨ ਸਦਾ ਤ੍ਰਿਪਤਾ ਸੇ, ਵਿੱਚੋਂ ਆਪ ਗਵਾਏ। ਹਰ ਰਸ ਪੀਤਾ, ਨਾਮ ਦਾ ਸਦਾ ਵਾਸਤੇ ਰੱਜ ਗਏ, ਪਰ ਰੱਜੇ ਉਹ ਨੇ ਜਿਨ੍ਹਾਂ ਨੇ ਹੰਕਾਰ ਨੂੰ ਗਵਾਇਆ। ਹੰਕਾਰ ਉਹਨਾਂ ਚਿਰ ਤੇਰੇ ਅੰਦਰ ਕੁਝ ਨਹੀਂ ਆਉਣ ਦੇਵੇਗਾ ਜਿੰਨਾ ਚਿਰ ਆਪ ਨਹੀਂ ਜਾਏਗਾ। ਕਿਉਂਕਿ ਕੋਈ ਤੂੰ ਲੈਣਾ ਚਾਹਣਾ ਤੇ ਤੇਰੇ ਮਨ ਵਿੱਚ ਇਹ ਗੱਲ ਆਉਣੀ ਚਾਹੀਦੀ ਵੀ ਮੈਂ ਅਧੂਰਾ ਹਾਂ, ਫਿਰ ਹੀ ਕੁਝ ਲਵੇਂਗਾ ਨਾ। ਤੇ ਜੇ ਤੂੰ ਇਹ ਆਖਿਆ ਵੀ ਮੇਰੇ ਵਰਗਾ ਤੇ ਹੈ ਹੀ ਕੋਈ ਨਹੀਂ, ਫਿਰ ਤੂੰ ਲਵੇਂਗਾ ਕੀ। ਸਤਿਗੁਰੂ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਵਿੱਚੋਂ ਆਪ ਗਵਾਇਆ, ਹਰੀ ਦੇ ਰਸ ਨੂੰ ਪੀ ਕੇ ਉਹ ਸਦਾ ਵਾਸਤੇ ਰੱਜ ਗਏ ਹਨ। ਇਹੋ ਜਗ ਅੰਧਾ ਸਭ ਅੰਧ ਕਮਾਵਾ, ਬਿਨ ਗੁਰ ਮਗ ਨ ਪਾਏ। ਗੁਰਮੁਖੋ ਜਗ ਦਾ ਅਰਥ ਜੀਵ ਹੈ। ਇਹੋ ਜਗ, ਇਹ ਜਿਹੜਾ ਜੀਵ ਹੈ ਨਾ, ਇਹ ਅੰਨਾ ਹੈ ਤੇ ਅੰਨਾ ਹੀ ਕੰਮ ਕਰਦਾ। ਆਪ ਨੂੰ ਦਿਸਦਾ ਨਹੀਂ ਤੇ ਕੰਮ ਵੀ ਚੰਗਾ ਨਹੀਂ ਕਰਦਾ। ਆਪ ਵੀ ਅੰਨਾ ਹੋ ਗਿਆ, ਕੰਮ ਵੀ ਅੰਧੇ ਕਰਦਾ, ਗਾਫਲਤਾਈ ਵਾਲੇ ਕੰਮ ਕਰਦਾ। ਕੰਮ ਉਹ ਕਰਦਾ ਜਿਨ੍ਹਾਂ ਕੰਮਾਂ ਨਾਲ ਆਉਣ ਵਾਲੇ ਸਮੇਂ ਵਿੱਚ ਦੁੱਖ ਮਿਲਣਾ। ਹੁਣ ਟੋਇਆ ਪਟਿਆ ਨਾ ਰਸਤੇ ਦੇ ਵਿੱਚ, ਤੇ ਪਤਾ ਵੀ ਟੋਏ ਵਿੱਚ ਡਿੱਗਾਂਗੇ ਤੇ ਸੱਟ ਲੱਗੇਗੀ, ਪਰ ਇੱਕ ਤੇ ਹੈ ਅੰਨਾ, ਇੱਕ ਕੰਮ ਵੀ ਉਹ ਕੀਤਾ ਵੀ ਟੋਏ ਵਿੱਚ ਡਿੱਗ ਪਿਆ। ਹੁਣ ਆਪਣੇ ਆਪ ਨਿਕਲ ਨਹੀਂ ਸਕਦਾ। ਉਹ ਹਾਲਤ ਸਾਡੀ ਹੈ। ਇੱਕ ਤੇ ਸਾਨੂੰ ਗਿਆਨ ਕੋਈ ਨਹੀਂ, ਸਮਝ ਕੋਈ ਨਹੀਂ, ਦੂਜਾ ਅਸੀਂ ਡਿੱਗਦੇ ਪਏ ਹਾਂ ਸੰਸਾਰ ਦੇ ਖੂਹ ਦੇ ਵਿੱਚ। ਇਹੋ ਜਗ ਅੰਧਾ, ਇਹ ਜੀਵ ਅੰਨਾ ਹੋ ਕੇ ਸਭ ਅੰਧ ਕਮਾਵੇ, ਮਾੜੇ ਕਰਮਾਂ ਨੂੰ ਕਮਾਉਂਦਾ। ਬਿਨ ਗੁਰ ਮਗ ਨਾ ਪਾਏ, ਗੁਰੂ ਤੋਂ ਬਿਨਾਂ ਮੁਕਤੀ ਦਾ ਰਸਤਾ ਨਹੀਂ ਮਿਲਣਾ। ਗੁਰੂ ਮਿਲੇਗਾ ਤੇ ਤਾਂ ਮੁਕਤੀ ਦਾ ਰਸਤਾ ਪ੍ਰਾਪਤ ਹੁੰਦਾ ਹੈ। ਨਾਨਕ ਸਤਿਗੁਰ ਮਿਲੇ ਤਾਂ ਅੱਖੀ ਵੇਖਾ, ਕਰੇ ਅੰਦਰ ਸੱਚ ਪਾਏ। ਨਾਨਕ ਸਤਿਗੁਰ ਮਿਲੇ। ਗੁਰੂ ਨਾਨਕ ਦੇ ਪਾਤਸ਼ਾਹ ਕਹਿਣ ਲੱਗੇ ਜੇ ਗੁਰੂ ਮਿਲ ਜਾਵੇ
ਤਾਂ ਅੱਖੀਂ ਵੇਖੈ, ਤਾਂ ਰੱਬ ਨੂੰ ਤੂੰ ਅੱਖਾਂ ਨਾਲ ਵੇਖ ਸਕਦਾ, ਕਿਉਂਕਿ ਗੁਰੂ ਨੇ ਤੈਨੂੰ ਅੱਖਾਂ ਦੇ ਦੇਣੀਆਂ। ਕਿਹੜੀਆਂ ਅੱਖਾਂ? ਇੱਕ ਗਿਆਨ ਦੀ ਅੱਖ, ਇੱਕ ਵੈਰਾਗ ਦੀ ਅੱਖ। ਗਿਆਨ ਦੀ ਅੱਖ ਨਾਲ ਸਮਝ ਆਵੇਗੀ ਪਰਮਾਤਮਾ ਸਾਰੇ ਥਾਵਾਂ ਤੇ ਹੈ, ਤੇ ਵੈਰਾਗ ਦੀ ਅੱਖ ਨਾਲ ਸਮਝ ਆਵੇਗੀ ਦੁਨੀਆ ਤੋਂ ਜਾਣਾ ਕੁਝ ਨਾਲ ਨਹੀਂ ਹੈ। ਇਹ ਗਿਆਨ ਤੇ ਵੈਰਾਗ ਦੇ ਦੋ ਅੱਖਾਂ ਨੇਤਰ ਜਿਹੜੇ ਗੁਰੂ ਦਿੰਦਾ, ਜਿੰਨਾ ਚਿਰ ਇਹ ਅੱਖਾਂ ਨਹੀਂ ਮਿਲਦੀਆਂ ਰੱਬ ਤੂੰ ਵੇਖ ਨਹੀਂ ਸਕੇਗਾ। ਮਹਾਰਾਜ ਕਹਿਣ ਲੱਗੇ ਕਿ ਭਾਈ ਨਾਨਕ ਸਤਿਗੁਰ ਮਿਲੈ, ਜੇ ਗੁਰੂ ਮਿਲ ਜਾਵੇ ਤਾਂ ਅੱਖੀਂ ਵੇਖੈ, ਤਾਂ ਤੂੰ ਅੱਖਾਂ ਨਾਲ ਪਰਮੇਸ਼ਰ ਨੂੰ ਵੇਖੇਂਗਾ। ਘਰੇ ਅੰਦਰ ਸੱਚ ਪਾਏ, ਅੰਤਹ ਰੂਪੀ ਘਰ ਦੇ ਵਿੱਚ ਸੱਚ ਸਰੂਪ ਪਰਮਾਤਮਾ ਨੂੰ ਪਾ ਲਵੇਂਗਾ। ਮਹਲਾ ਤੀਜਾ, ਬਿਨ ਸਤਿਗੁਰ ਸੇਵਾ ਬਹੁਤਾ ਦੁਖ ਲਾਗਾ, ਜੁਗ ਚਾਰੇ ਪਰਮਾਈ। ਪਾਤਸ਼ਾਹ ਫਰਮਾਉਂਦੇ ਗੁਰੂ ਦੀ ਸੇਵਾ ਕੀਤੇ ਬਿਨਾ ਬਹੁਤਾ ਦੁੱਖ ਲੱਗੇਗਾ। ਬਹੁਤਾ ਦੁੱਖ ਤੋਂ ਭਾਵ ਹੈ ਜਿਸ ਦੁੱਖ ਦੀ ਗਿਣਤੀ ਮਿਣਤੀ ਨਾ ਕੀਤੀ ਜਾ ਸਕੇ। ਡਾਕਟਰ ਟੀਕਾ ਲਾਉਂਦਾ ਨਾ, ਸਾਨੂੰ ਇੱਕ ਅੰਦਾਜ਼ਾ ਹੁੰਦਾ ਵੀ ਇੰਨੀ ਕੁ ਪੀੜ ਤੇ ਜ਼ਰੂਰ ਹੋਵੇਗੀ, ਇੰਨਾ ਕੁ ਦੁੱਖ ਤੇ ਜ਼ਰੂਰ ਲੱਗੇਗਾ। ਉਸ ਦੁੱਖ ਨੂੰ ਮਹਿਸੂਸ ਕੀਤਾ ਜਾ ਸਕਦਾ, ਮੰਨਿਆ ਜਾ ਸਕਦਾ। ਨਿੱਕੇ ਨਿੱਕੇ ਦੁੱਖ, ਜੇ ਮੇਰੇ ਸੱਟ ਵੱਜ ਗਈ ਤੇ ਇੰਨੀ ਕੁ ਪੀੜ ਤੇ ਜ਼ਰੂਰ ਹੋਵੇਗੀ, ਮੇਰਾ ਅੰਗ ਕੱਟਿਆ ਗਿਆ ਤੇ ਇੰਨਾ ਕੁ ਦਰਦ ਤੇ ਜ਼ਰੂਰ ਹੋਵੇਗਾ। ਇਹ ਦੁੱਖ ਉਹ ਨੇ ਜਿਨ੍ਹਾਂ ਦਾ ਕੁਝ ਅੰਦਾਜ਼ਾ ਹੈ। ਪਰ ਮਹਾਰਾਜ ਕਹਿਣ ਲੱਗੇ ਬਿਨ ਸਤਿਗੁਰ ਸੇਵੇ, ਜੇ ਗੁਰੂ ਦੀ ਸੇਵਾ ਨਹੀਂ ਨਾ ਕੀਤੀ ਤੇ ਬਹੁਤਾ ਦੁੱਖ ਲੱਗ ਗਿਆ। ਬਹੁਤਾ ਤੋਂ ਭਾਵ ਬੇਗਿਣਤ, ਜਿਹਦੀ ਗਿਣਤੀ ਨਹੀਂ ਹੈ, ਜਿਹਦਾ ਮਾਪ ਤੋਲ ਕੋਈ ਨਹੀਂ ਹੈ, ਉਹ ਦੁੱਖ ਪ੍ਰਾਪਤ ਹੋਵੇਗਾ। ਮਹਾਰਾਜ ਕਿਵੇਂ? ਸਤਿਗੁਰੂ ਕਹਿਣ ਲੱਗੇ ਯੁਗ ਚਾਰੇ ਭਰਮਾਈ, ਚਾਰ ਯੁੱਗਾਂ ਵਿੱਚ ਤੈਨੂੰ ਚੱਕਰ ਲਵਾਇਆ ਜਾਏਗਾ। ਸਤਯੁਗ, ਤ੍ਰੇਤਾ, ਦੁਆਪਰ ਤੇ ਕਲਯੁਗ, ਇਹ ਚਾਰ ਯੁੱਗ ਨੇ। ਚੌਵਾਂ ਯੁੱਗਾਂ ਵਿੱਚ 84 ਲੱਖ ਜੂਨਾਂ ਵਿੱਚ ਘੁਮਾਇਆ ਜਾਣਾ। ਕਦੇ ਕੁਝ ਬਣਾਤਾ, ਕਦੇ ਕੁਝ ਬਣਾਤਾ, ਕਦੇ ਕੁਝ ਬਣਾਤਾ। ਹਰੇਕ ਯੁੱਗ ਦੇ ਵਿੱਚ ਕੋਈ ਨਾ ਕੋਈ ਦੁੱਖ ਹੀ ਹੈ, ਕੋਈ ਨਾ ਕੋਈ ਮੁਸੀਬਤ ਹੀ ਹੈ। ਉਹ ਮੁਸੀਬਤਾਂ ਤੇਰੇ ਗਲ ਵਿੱਚ ਪੈਣਗੀਆਂ। ਬਹੁਤਾ ਦੁੱਖ ਲੱਗਾ, ਇੰਨਾ ਵੱਡਾ ਦੁੱਖ ਲੱਗੇਗਾ। ਟੀਕਾ ਲੱਗਾ, ਇੰਜੈਕਸ਼ਨ ਲੱਗਾ ਤੇ 2 ਮਿੰਟ ਵਾਸਤੇ, 4 ਮਿੰਟ ਵਾਸਤੇ ਪੀੜ ਹੋਈ ਹੈ। ਦੁਨੀਆ ਤੇ ਕੋਈ ਸੱਟ ਲੱਗ ਜਾਂਦੀ ਹੈ, ਥੋੜੇ ਸਮੇਂ ਵਾਸਤੇ ਦਰਦ ਹੁੰਦਾ, ਫਿਰ ਮਿਟ ਜਾਂਦਾ ਹੈ। ਪਰ ਗੁਰੂ ਦੀ ਸੇਵਾ ਨਹੀਂ ਕੀਤੇਗੀ, ਨਹੀਂ ਕਰੇਗਾ ਤੇ ਇਹੋ ਜਿਹਾ ਦੁੱਖ ਲੱਗੇਗਾ, ਇਹੋ ਜਿਹੀ ਪੀੜ ਹੋਵੇਗੀ, ਇਹੋ ਜਿਹਾ ਦਰਦ ਹੋਵੇਗਾ। 4 ਯੁੱਗਾਂ ਤੱਕ ਉਹ ਪੀੜ ਜਾਣੀ ਨਹੀਂ। 4 ਯੁੱਗ ਉਸ ਪੀੜ ਨੂੰ ਸਹਿਣਾ ਪੈਣਾ, ਕਦੇ ਕਿਸੇ ਰੂਪ ਵਿੱਚ, ਕਦੇ ਕਿਸੇ ਰੂਪ ਵਿੱਚ। 84 ਲੱਖ ਜੂਨਾਂ ਵਿੱਚ ਆਉਣਾ ਪਵੇਗਾ। ਤੇ ਜਾਂ ਆਪਾਂ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ, ਇਹ ਜੋ 4 ਯੁਗੀ ਸੰਸਾਰ ਹੈ, ਸੰਸਾਰ ਵੀ ਤੇ 4 ਯੁੱਗਾਂ ਤੋਂ ਬਣਿਆ ਨਾ। ਇਸ 4 ਯੁਗੀ ਸੰਸਾਰ ਵਿੱਚ ਘੁਮਾਇਆ ਜਾਏਗਾ, ਭਰਮਾਇਆ ਜਾਏਗਾ। ਐਸੀ ਹਾਲਤ ਹੋਣੀ ਹੈ ਜੇ ਗੁਰੂ ਦੀ ਸੇਵਾ। ਗੁਰੂ ਦੀ ਸੇਵਾ ਕੀ ਹੈ? ਹੁਣ ਫਿਰ ਬਚਨ ਉੱਥੇ ਆ ਗਿਆ। ਗੁਰੂ ਦੀ ਸੇਵਾ ਕੀ ਹੈ? ਗੁਰੂ ਦੀ ਸੇਵਾ ਇਹ ਹੈ ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਤੂੰ ਜਪਜੀ ਸਾਹਿਬ ਦਾ ਪਾਠ ਕਰ ਲਿਆ, ਗੁਰੂ ਦੀ ਸੇਵਾ ਹੈ। ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਮੰਤਰ ਦਾ ਜਾਪ ਕਰ ਲਿਆ ਹੈ, ਗੁਰੂ ਦੀ ਸੇਵਾ। ਇਹ ਹੈ ਸੇਵਾ। ਕਿਸੇ ਭੁੱਖੇ ਨੂੰ ਕੋਈ ਅੰਨ ਦੀ ਬੁਰਕੀ ਦੇ ਦਿੱਤੀ, ਕਿਸੇ ਪਿਆਸੇ ਨੂੰ ਕੋਈ ਪਾਣੀ ਪਿਲਾ ਦਿੱਤਾ, ਲੋੜਵੰਦ ਦੀ ਕੋਈ ਮਦਦ ਕਰ ਦਿੱਤੀ, ਇਹ ਹੈ ਗੁਰੂ ਦੀ ਸੇਵਾ। ਪਰ ਜੇ ਇਹ ਸੇਵਾ ਨਹੀਂ ਨਾ ਕਰੇਗਾ ਤੇ ਬਹੁਤਾ ਦੁੱਖ ਲੱਗਾ, ਬੜਾ ਵੱਡਾ ਦੁੱਖ ਲੱਗੇਗਾ। ਦੁੱਖ ਵੀ ਇੰਨਾ ਲੰਮਾ ਹੋਵੇਗਾ ਵੀ 4 ਯੁੱਗ ਨਹੀਂ ਮੁੱਕੇਗਾ। 4 ਯੁੱਗਾਂ ਵਿੱਚ ਵੀ ਉਹ ਦੁੱਖ ਸਹਿਣਾ ਹੀ ਪਵੇਗਾ। ਕਦੇ ਕਿਸੇ ਜਨਮ ਦਾ ਕੋਈ ਦੁੱਖ ਹੈ, ਕਦੇ ਕਿਸੇ ਜਨਮ ਦਾ ਕੋਈ ਦੁੱਖ ਹੈ। ਐਸੀ ਹਾਲਤ ਹੁੰਦੀ ਹੈ। ਹਮ ਦੀਨ ਤੁਮ ਜੁਗ ਜੁਗ ਦਾਤੇ, ਸ਼ਬਦੇ ਦੇਹ 부ਝਾਈ। ਸਤਿਗੁਰੂ ਅਸੀਂ ਦੀਨ ਆ। ਦੀਨ ਤੋਂ ਭਾਵ ਹੁੰਦਾ ਅਸੀਂ ਗਰੀਬ ਆ। ਮੇਰੀ ਕਿਸੇ ਪਾਸੇ ਪਹੁੰਚ ਨਹੀਂ ਹੈ, ਮੇਰੀ ਕਿਸੇ ਪਾਸੇ ਤਾਕਤ ਨਹੀਂ ਹੈ। ਹਮ ਦੀਨ, ਮੈਂ ਹਾਂ ਗਰੀਬ। ਤੁਮ ਜੁਗ ਜੁਗ ਦਾਤੇ, ਤੁਸੀਂ ਉਹ ਯੁਗਾਂ ਯੁਗਾਂ ਦੇ ਦਾਤੇ। ਸਤਿਯੁਗ ਵਿੱਚ ਵੀ ਦਾਤ ਦਿੰਦੇ ਰਹੇ, ਤ੍ਰੇਤੇ ਵਿੱਚ, ਦੁਆਪਰ ਵਿੱਚ, ਕਲਯੁਗ ਵਿੱਚ, ਹਰੇਕ ਯੁੱਗ ਵਿੱਚ ਤੁਸੀਂ ਦਾਤ ਦਿੰਦੇ ਹੋ। ਕਾਹਦੀ ਦਾਤ ਦਿੰਦੇ ਹੋ? ਜਿਹੜਾ ਕੋਈ ਨਾਮ ਦੀ ਦਾਤ ਮੰਗਣ ਵਾਲਾ ਹੈ, ਉਹਦੀ ਝੋਲੀ ਵਿੱਚ ਨਾਮ ਦੀ ਖੈਰ ਪਾ ਦਿੰਦੇ ਹੋ। ਜਿਹੜਾ ਦੁਨੀਆ ਵਿੱਚ ਪਦਾਰਥ ਦੀ ਦਾਤ ਮੰਗਦਾ ਹੈ, ਉਹਦੀ ਝੋਲੀ ਵਿੱਚ ਪਦਾਰਥ ਦੀ ਦਾਤ ਪਾ ਦਿੰਦੇ ਹੋ। ਸਤਿਗੁਰੂ ਤੁਸੀਂ ਤੇ ਹਰੇਕ ਯੁੱਗ ਵਿੱਚ ਦਾਤੇ ਹੋ। ਦਿੰਦਾ ਦੇ, ਲੈਂਦੇ ਥਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ। ਯੁਗਾਂ ਯੁਗਾਂਤਰਾਂ ਦੇ ਅੰਦਰ, ਕਈ ਯੁੱਗਾਂ ਦੇ ਵਿੱਚ ਇਹ ਜੀਵ ਰੱਬ ਦੇ ਕੋਲੋਂ ਲੈ ਲੈ ਕੇ ਖਾਈ ਜਾਂਦਾ ਹੈ।
ਪਰ ਕਦੇ ਖਾਧੇ ਦਾ ਹਿਸਾਬ ਨਹੀਂ ਦਿੱਤਾ। ਸਾਡੇ ਘਰ ਵਿੱਚ ਕੋਈ ਮੈਂਬਰ ਕਿੰਨਾ ਵੀ ਪਿਆਰਾ ਕਿਉਂ ਨਾ ਹੋਵੇ, ਪਰ ਜੇ ਹਰ ਵਾਰ ਉਹ ਲਈ ਜਾਵੇ ਤੇ ਲੈ ਕੇ ਹਿਸਾਬ ਨਾ ਦੇਵੇ, ਇੱਕ ਨਾ ਇੱਕ ਦਿਨ ਸਾਨੂੰ ਬੋਲਣਾ ਹੀ ਪੈਣਾ। ਕਿੱਧਰ ਜਾਂਦੀ ਇਹ ਮਾਇਆ, ਕਿੱਧਰ ਜਾਂਦਾ ਇਹ ਪੈਸਾ, ਕੀ ਕਰਦਾ ਤੂੰ? ਕਦੇ ਹਿਸਾਬ ਨਹੀਂ ਦਿੱਤਾ। ਇਸ ਗੱਲ ਦਾ ਫਿਰ ਝਗੜਾ ਵੀ ਹੋ ਜਾਂਦਾ। ਹਾਲੇ ਕਿ ਉਹ ਸਾਡੇ ਪਰਿਵਾਰ ਦਾ ਮੈਂਬਰ ਹੈ, ਸਾਡੇ ਕੋਲੋਂ ਲੈ ਕੇ ਜਾ ਰਿਹਾ, ਪਰ ਫਿਰ ਵੀ ਅਸੀਂ ਹਿਸਾਬ ਮੰਗ ਲਿਆ। ਪਰ ਪਾਤਸ਼ਾਹ ਕਹਿਣ ਲੱਗੇ, ਅਕਾਲ ਪੁਰਖ ਤੁਸੀਂ ਤੇ ਜੁਗਾਂ ਜੁਗਾਂ ਤੋਂ ਦਿੰਦੇ ਹੀ ਆਉਂਦੇ ਹੋ, ਪਰ ਜੀਵ ਹਿਸਾਬ ਵੀ ਨਹੀਂ ਦਿੰਦਾ। ਜੁਗਾ ਜਗੰਤਰ ਖਾਹੀ ਖਾਹੇ, ਇਹ ਜੁਗਾਂ ਜੁਗਾਂ ਤੋਂ ਜੀਵ ਖਾਈ ਜਾ ਰਿਹਾ ਲੈ ਲੈ ਕੇ। ਦਿੰਦਾ ਦੇ ਦਿੰਦਾ ਦੇ ਦਿੰਦਾ ਦੇ ਹੀ ਕਰੀ ਜਾਂਦਾ ਹੈ। ਦੇ ਦੇ ਪਰਮਾਤਮਾ, ਇਹ ਵੀ ਦੇ ਦੇ ਮੈਨੂੰ, ਇਹ ਵੀ ਦੇ ਦੇ। ਤੇ ਪਾਤਸ਼ਾਹ ਕਹਿਣ ਲੱਗੇ, ਪਰ ਉਹਦੇ ਨਾਮ ਨੂੰ ਨਹੀਂ ਜਪਦਾ। ਤੁਸੀਂ ਜੁਗਾਂ ਜੁਗਾਂ ਦੇ ਦਾਤੇ ਹੋ ਜੀ, ਸਬਦੇ ਦੇ ਬੁਝਾਈ, ਪਰ ਇਸ ਗੱਲ ਦੀ ਸਿੱਖਿਆ ਆਪਣੇ ਸ਼ਬਦ ਉਪਦੇਸ਼ ਦੁਆਰਾ ਬੁਝਾ ਦਿੰਦੇ, ਸਮਝਾ ਦਿੰਦੇ ਹੋ। ਹਰ ਜੀਓ ਕਿਰਪਾ ਕਰੋ ਤੁਮ ਪਿਆਰੇ। ਹਰ ਪਰਮਾਤਮਾ ਸਾਡੇ ਤੇ ਕਿਰਪਾ ਕਰ। ਐ ਪਿਆਰੇ ਪਰਮਾਤਮਾ ਕਿਰਪਾ ਕਰ, ਮੈਨੂੰ ਪਰਮੇਸ਼ਰ ਨਾਲ ਮਿਲਣਾ ਕਰ। ਸਤਿਗੁਰ ਦਾਤਾ ਮੇਲ ਮਿਲਾਵੋ, ਹਰ ਨਾਮ ਦੇਵੋ ਆਧਾਰੇ। ਪਰਮੇਸ਼ਰ ਦੇ ਅੱਗੇ ਅਰਦਾਸ ਕੀ ਕਰਨੀ ਹੈ? ਪਰਮੇਸ਼ਰ ਦੇ ਅੱਗੇ ਅਰਦਾਸ ਇਹ ਕਰਨੀ ਹੈ, ਸਤਿਗੁਰ ਦਾਤਾ। ਸਤਿਗੁਰੂ ਦਾਤੇ ਹਨ। ਕਾਹਦੇ ਦਾਤੇ ਨੇ? ਨਾਮ ਦੇ। ਤੁਹਾਨੂੰ ਨਾਮ ਗਲੀ ਬਾਜ਼ਾਰ ਵਿੱਚੋਂ ਨਹੀਂ ਮਿਲੇਗਾ, ਵਪਾਰੀ ਜਾਂ ਅਧਿਕਾਰੀ ਕੋਲੋਂ ਨਹੀਂ ਮਿਲੇਗਾ। ਨਾਮ ਦਾ ਕੋਈ ਬਾਜ਼ਾਰ ਨਹੀਂ ਹੈ, ਕੋਈ ਸ਼ਹਿਰ ਨਹੀਂ ਹੈ। ਨਾਮ ਕੇਵਲ ਤੇ ਕੇਵਲ ਮਿਲੇਗਾ ਗੁਰੂ ਕੋਲੋਂ। ਤੇ ਗੁਰੂ ਵੀ ਕਿਹੜਾ? ਜਿਹੜਾ ਸੱਚਾ ਤੇ ਪੂਰਾ ਹੋਵੇ। ਪਖੰਡੀ ਦੀ ਗੱਲ ਨਹੀਂ ਹੈ, ਪਖੰਡੀ ਬੜੇ ਤੁਰੇ ਫਿਰਦੇ। ਉਹਨਾਂ ਪਖੰਡੀਆਂ ਦਾ ਨਾਮ ਕੇਵਲ ਕੰਨ ਵਿੱਚ ਹੀ ਮਿਲਦਾ। ਉਹ ਤੇ ਪਖੰਡੀ ਜਿਹੜੇ ਸੰਸਾਰ ਦੇ ਬੰਧਨਾਂ ਨੂੰ ਨਹੀਂ ਤੋੜ ਸਕੇ। ਗੁਰੂ ਨਾਨਕ ਸਾਹਿਬ ਪਾਤਸ਼ਾਹ ਤੋਂ ਪਹਿਲਾਂ ਬੜੇ ਬੜੇ ਕਹਿੰਦੇ ਸਨ ਵੀ ਅਸੀਂ ਗੁਰੂ ਹਾਂ, ਅਵਤਾਰ ਹਾਂ, ਅਸੀਂ ਰਿਸ਼ੀ ਹਾਂ, ਅਸੀਂ ਮੁਨੀ ਹਾਂ, ਪਰ ਇਹ ਜਿਹੜਾ ਜਾਤ ਦਾ ਭਰਮ ਹੈ ਨਾ, ਇਹ ਤੋੜ ਕੋਈ ਨਹੀਂ ਸਕਿਆ। ਐਸ ਜਾਤ ਦੇ ਬੰਦੇ ਨੂੰ ਨਾਮ ਦੇਣਾ ਹੈ, ਐਸ ਜਾਤ ਦੇ ਬੰਦੇ ਨੂੰ ਨਾਮ ਨਹੀਂ ਦੇਣਾ। ਜਿਹੜੇ ਨਾਮ ਦੇਣ ਵਾਲੇ ਸਨ ਉਹ ਵੀ ਇਸ ਗੱਲ ਦਾ ਫਰਕ ਕਰਦੇ ਸਨ। ਜਿਨ੍ਹਾਂ ਨੇ ਨਾਮ ਅੱਗੇ ਦੇਣਾ ਉਹ ਫਰਕ ਕਰਦੇ ਸਨ ਵੀ ਇਹਨੂੰ ਦੇਣਾ, ਇਹਨੂੰ ਨਹੀਂ ਦੇਣਾ। ਇਹ ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਐਸੇ ਦਾਤੇ ਆਏ, ਕਹਿਣ ਲੱਗੇ ਨਹੀਂ ਉਹ ਸੰਸਾਰ ਦੇ ਲੋਕੋ, ਜਾਤ ਤੇ ਸਰੀਰ ਦੀ ਹੈ, ਆਤਮਾ ਦੀ ਜਾਤ ਨਹੀਂ ਹੁੰਦੀ। ਭਾਈ ਮਰਦਾਨਿਆ ਰਬਾਬ ਫੜ, ਆਪਾਂ ਤੇ ਉੱਚੀ ਆਵਾਜ਼ ਵਿੱਚ ਹੀ ਗਾਵਾਂਗੇ। ਕਿਸੇ ਵੀ ਜਾਤ ਦਾ, ਕਿਸੇ ਵੀ ਧਰਮ ਦਾ, ਕਿਸੇ ਵੀ ਗੋਤ ਦਾ, ਕੋਈ ਰਾਜਾ ਹੈ, ਕੋਈ ਭਿਖਾਰੀ ਹੈ, ਕੋਈ ਮੰਗਤਾ ਹੈ, ਕੋਈ ਸ਼ਾਹੂਕਾਰ ਹੈ, ਸਾਰੇ ਹੀ ਸੁਣ ਲੈਣ। ਜਿਹੜਾ ਸੁਣੇ ਉਹਦਾ ਹੀ ਭਲਾ ਹੋਵੇ। ਇਹ ਗੁਰੂ ਨਾਨਕ ਸਾਹਿਬ ਦੇ ਵਿੱਚ ਤੇ ਬਾਕੀ ਜਿਹੜੇ ਆਪੂ ਬਣੇ ਗੁਰੂ ਨੇ ਉਹਨਾਂ ਵਿੱਚ ਇਹ ਫਰਕ ਹੈ। ਚਵਾਂ ਯੁੱਗਾਂ ਵਿੱਚੋਂ ਜਾਤੀ ਦਾ ਬੰਧਨ ਨਹੀਂ ਉਹ ਤੋੜ ਸਕੇ, ਤੇ ਉਹ ਤੋੜਿਆ ਗੁਰੂ ਨਾਨਕ ਸਾਹਿਬ ਨੇ ਆ ਕੇ। ਇਸ ਕਰਕੇ ਆਖਿਆ ਜਾਂਦਾ, ਹਮ ਦੀਨ ਤੁਮ ਜੁਗ ਜੁਗ ਹਰ ਜੀਓ, ਸਤਿਗੁਰ ਦਾਤਾ ਮੇਲ ਮਿਲਾਵੋ। ਐਸੇ ਗੁਰੂ ਦਾਤੇ ਦੇ ਨਾਲ ਮਿਲੋ ਜਿਹਨੇ ਜਾਤ ਧਰਮ ਦੀ ਕੋੜ ਨੂੰ ਖਤਮ ਕੀਤਾ ਹੈ। ਉੱਚੀ ਆਵਾਜ਼ ਦੇ ਵਿੱਚ ਗਾ ਕੇ ਆਖਿਆ, ਕੋਈ ਗਾਵੇ ਕੋ ਸੁਣੈ, ਹਰ ਨਾਮਾ ਚਿਤ ਲਾਏ, ਕਹੋ ਕਬੀਰ ਸੰਸਾ ਨਹੀਂ, ਅੰਤ ਪਰਮ ਗਤ ਪਾਏ। ਇਹ ਸਾਡੇ ਗੁਰੂ ਦੀ ਇਨਕਲਾਬੀ ਆਵਾਜ਼ ਹੈ। ਭਾਵੇਂ ਧਰਮ ਕੋਈ ਵੀ ਹੈ ਨਾ, ਅੱਜ ਲੋਕ ਆਖਦੇ ਸਾਡਾ ਧਰਮ ਵੱਡਾ, ਬੰਦਿਸ਼ਾਂ ਬੜੀਆਂ ਨੇ ਉਹਦੇ ਵਿੱਚ ਰੱਖੀਆਂ ਹੋਈਆਂ। ਔਰਤ ਨੂੰ ਮਸੀਤ ਵਿੱਚ ਜਾਣ ਦਾ ਹੁਕਮ ਨਹੀਂ ਹੈ। ਇਸਲਾਮ ਧਰਮ ਵਾਲੇ ਮਸੀਤ ਵਿੱਚ ਜਾਣ ਦਾ ਹੁਕਮ ਨਹੀਂ ਹੈ। ਇਹ ਬੰਧਨ ਤੋੜ ਹੀ ਨਹੀਂ ਸਕੇ, ਸਗੋਂ ਪਾ ਕੇ ਗਏ ਗੱਲ ਦੇ ਵਿੱਚ। ਬ੍ਰਾਹਮਣ ਇਹ ਗੱਲ ਕਹਿੰਦਾ ਹੈ, ਵੇਦ ਨੂੰ ਕੇਵਲ ਬ੍ਰਾਹਮਣ ਪੜ੍ਹ ਸਕਦਾ, ਬ੍ਰਾਹਮਣੀ ਨਹੀਂ ਪੜ੍ਹ ਸਕਦੀ ਹੈ। ਇਹ ਬੰਧਨ ਤੇ ਉਹਨਾਂ ਤੋਂ ਵੀ ਨਹੀਂ ਖੋਲ੍ਹਿਆ ਗਿਆ। 12 ਤਿਲਕ ਲਾਉਣੇ ਪੈਂਦੇ, ਜਨੇਊ ਗਲ ਵਿੱਚ ਪਾਉਣਾ ਪੈਂਦਾ। 12 ਤਿਲਕ ਵੀ ਬ੍ਰਾਹਮਣ ਹੀ ਲਾ ਸਕਦਾ, ਜਨੇਊ ਵੀ ਗਲ ਵਿੱਚ ਬ੍ਰਾਹਮਣ ਹੀ ਪਾ ਸਕਦਾ, ਬ੍ਰਾਹਮਣ ਦੀ ਘਰ ਵਾਲੀ ਨਹੀਂ ਪਾ ਸਕਦੀ। ਇਹ ਬੰਧਨ ਉਹਨਾਂ ਕੋਲੋਂ ਖਤਮ ਨਹੀਂ ਹੋਇਆ। ਧੰਨ 10ਵੇਂ ਪਾਤਸ਼ਾਹ ਐਸਾ ਗੁਰੂ ਹੈ, ਆਖਿਆ ਜੇ ਮੇਰਾ ਸਿੱਖ ਸ੍ਰੀ ਸਾਹਿਬ ਪਾਏਗਾ, ਸਿੱਖ ਦੀ ਘਰ ਵਾਲੀ ਵੀ ਪਾਏਗੀ। ਸਿੱਖ ਵੀ ਅੰਮ੍ਰਿਤ ਛਕੇਗਾ, ਬੀਬੀ ਵੀ ਅੰਮ੍ਰਿਤ ਛਕੇਗੀ। ਸਿੱਖ ਵੀ ਨਾਮ ਜਪੇਗਾ, ਸਿੱਖ ਦੀ ਸਿੱਖਣੀ ਵੀ ਨਾਮ ਜਪੇਗੀ। ਇੱਥੇ ਬੰਧਨ ਕੋਈ ਨਹੀਂ ਹੈ। ਸਤਿਗੁਰ ਦਾਤਾ ਮੇਲ ਮਿਲਾਵੋ। ਫਿਰ ਐਸੇ ਗੁਰੂ ਨੂੰ ਛੱਡ ਕੇ ਭਜਣਾ ਕਿੱਥੇ ਹੈ, ਜਾਣਾ ਕਿੱਥੇ ਹੈ? ਸਗੋਂ ਤਰਲਾ ਕਰ,
ਐਸੇ ਦਾਤੇ ਨੂੰ ਮਿਲਾ ਦਿਓ। ਹਰ ਨਾਮ ਦੇਵੋ ਆਧਾਰੇ, ਜਿਹੜਾ ਸਾਨੂੰ ਨਾਮ ਦੇਵੇ ਤੇ ਨਾਮ ਸਾਡਾ ਆਸਰਾ ਹੈ, ਜੰਮਣ ਤੇ ਮਰਨ ਦਾ, ਲੋਕ ਤੇ ਪਰਲੋਕ ਦਾ। ਇਹ ਨਾਮ ਆਸਰਾ ਸਾਨੂੰ ਬਖਸ਼ ਦੇਣਾ ਕਰੋ ਜੀ। ਰਹਾਉ ਮਨਸਾ ਮਾਰ ਦੁਬਦਾ ਸਹਿ ਸੁਮਾਣੀ, ਪਾਇਆ ਨਾਮ ਅਪਾਰਾ। ਹਮੇਸ਼ਾ ਨਾਮ ਬੁੱਧੀ ਦਾ ਹੈ, ਜਿਨ੍ਹਾਂ ਨੇ ਆਪਣੀ ਬੁੱਧੀ ਦੇ ਵਿੱਚੋਂ, ਅਕਲ ਦੇ ਵਿੱਚੋਂ ਦੁਬਦਾ ਮਾਰੀ ਹੈ। ਦੁਬਦਾ ਦਾ ਸਿੱਧਾ ਜਿਹਾ ਅਰਥ ਸਮਝਣ ਵਾਸਤੇ, ਅਰਥ ਤੇ ਵਿਦਵਾਨਾਂ ਨੇ ਬੜੇ ਕੀਤੇ ਨੇ। ਦੁਬਦਾ ਦਾ ਅਰਥ ਹੈ ਦੋ ਰਾਹ, ਦੋ ਵਿਦਾ, ਦੋ ਰਾਹ, ਫੈਸਲਾ ਨਾ ਕਰ ਪਾਉਣਾ। ਕੀ ਕਰਾਂ? ਜਿਨ੍ਹਾਂ ਨੇ ਇਹ ਵਿਚਾਰ ਹੀ ਮਾਰ ਦਿੱਤਾ, ਕੀ ਕਰਾਂ? ਕਰਨਾ ਕੀ ਹੈ? ਨਾਮ ਜਪ। ਜੇ ਦੂਜਾ ਵਿਚਾਰ ਆਉਂਦਾ ਖਤਮ ਕਰਤਾ। ਇਹ ਹੈ ਜਿਨ੍ਹਾਂ ਨੇ ਦੁਬਦਾ ਮਾਰੀ ਹੈ। ਪਾਇਆ ਨਾਮ ਅਪਾਰਾ, ਪਾਰਾਵਾਰ ਤੋਂ ਰਹਿਤ ਪਰਮੇਸ਼ਰ ਦਾ ਨਾਮ ਉਹਨਾਂ ਨੇ ਪਾ ਲਿਆ, ਜਿਨ੍ਹਾਂ ਨੇ ਦੁਬਦਾ ਨੂੰ ਮਾਰਿਆ ਹੈ। ਪਰਮੇਸ਼ਰ ਦਾ ਨਾਮ ਗੁਰਮੁਖੋ ਕਿਲ ਬਿਖ ਕੱਟ ਦਿੰਦਾ। ਕਿਲ ਬਿਖ ਤੋਂ ਭਾਵ ਆਪਾਂ ਅੱਗੇ ਵੀ ਸਰਵਣ ਕੀਤਾ ਸੀ। ਕਿਲ ਬਿਖ ਕਹਿੰਦੇ ਨੇ ਬੱਜਰ ਪਾਪ, ਉਹ ਬੱਜਰ ਗੁਨਾਹ ਜਿਹਨੂੰ ਕੋਈ ਮਾਫ ਨਾ ਕਰ ਸਕੇ। ਕਈ ਵਾਰੀ ਮਾਂ-ਬਾਪ ਵੀ ਕਹਿ ਦਿੰਦਾ ਨਾ ਬੱਚੇ ਨੂੰ, ਤੇਰੀਆਂ ਗਲਤੀਆਂ ਤੇ ਬੜੀਆਂ ਮਾਫ ਕੀਤੀਆਂ, ਪਰ ਪੁੱਤਰਾ ਆਹ ਨਹੀਂ ਉਹ ਮਾਫ ਕਰਨ ਵਾਲੀ, ਇਹ ਨਹੀਂ ਮਾਫ ਹੋਵੇਗੀ, ਤੂੰ ਬਹੁਤੀ ਵੱਡੀ ਕਰ ਦਿੱਤੀ ਹੈ। ਪਰ ਸਤਿਗੁਰੂ ਐਸਾ ਹੈ, ਕਿਲ ਬਿਖ ਕਾਟਨ ਹਾਲਾ, ਬੱਜਰ ਪਾਪ, ਵੱਡੇ ਤੋਂ ਵੱਡਾ ਪਾਪ ਕੀਤਾ ਵੀ ਗੁਰੂ ਮਾਫ ਕਰਵਾ ਦਿੰਦਾ ਹੈ, ਕੱਟ ਦਿੰਦਾ ਹੈ। ਹਰ ਰਸ ਚਾਖ, ਜਿਨ੍ਹਾਂ ਨੇ ਹਰੀ ਦੇ ਰਸ ਨੂੰ ਚਖਿਆ ਉਹਨਾਂ ਦਾ ਮਨ ਨਿਰਮਲ ਹੋ ਜਾਂਦਾ, ਪਵਿੱਤਰ ਹੋ ਜਾਂਦਾ। ਐਸੀਆਂ ਦਾਤਾਂ ਮਿਲਦੀਆਂ ਹਨ। ਸ਼ਬਦ ਮਰੋ ਫਿਰ ਜੀਵੋ ਸਦਹੀ, ਤਾਂ ਫਿਰ ਮਰਨ ਨਾ ਹੋਈ। ਗੁਰੂ ਦੇ ਸ਼ਬਦ ਵਿੱਚ ਮਰ ਜਾਣਗੇ। ਸ਼ਬਦ ਵਿੱਚ ਮਰਨਾ ਕੀ ਹੈ? ਕਿ ਗੁਰੂ ਦੇ ਉਪਦੇਸ਼ ਦੇ ਵਿੱਚ ਰਹਿਣਾ, ਉਪਦੇਸ਼ ਤੋਂ ਬਾਹਰ ਨਾ ਜਾਣਾ, ਇਹਨੂੰ ਕਹਿੰਦੇ ਸ਼ਬਦ ਵਿੱਚ ਮਰਨਾ। ਜਿਹੜੇ ਉਪਦੇਸ਼ ਤੋਂ, ਸਿੱਖਿਆ ਤੋਂ ਬਾਹਰ ਚਲੇ ਜਾਂਦੇ ਨੇ, ਮਰਿਆਦਾ ਤੋਂ ਬਾਹਰ ਚਲੇ ਜਾਂਦੇ, ਉਹਨਾਂ ਦਾ ਫਿਰ ਕੋਈ ਵਾਲੀ ਵਾਰਸ ਨਹੀਂ ਹੈ। ਜਿਹੜੇ ਮਰਿਆਦਾ ਵਿੱਚ ਰਹਿੰਦੇ ਦੁੱਖ ਤੋਂ ਬਚਣਗੇ, ਮਰਿਆਦਾ ਤੋਂ ਬਾਹਰ ਨਿਕਲੋਗੇ ਦੁੱਖ ਵਿੱਚ ਪਵੋਗੇ। ਦੁਨੀਆ ਦਾ ਮਹਾਨ ਜਤੀ, ਜਿਸ ਨੂੰ ਜਤੀ ਮੰਨਿਆ ਜਾਂਦਾ, 6 ਜਤੀ ਹੋਏ ਸੰਸਾਰ ਵਿੱਚ। ਉਹਨਾਂ 6 ਜਤੀਆਂ ਵਿੱਚੋਂ ਇੱਕ ਜਤੀ ਆਖਦਾ ਹੈ, ਲਕੀਰ ਖਿੱਚ ਦਿੰਦਾ ਆਸ਼ਰਮ ਦੇ ਬਾਹਰ, ਲਕੀਰ ਖਿੱਚ ਕੇ ਆਖਦਾ ਹੈ ਹੱਥ ਜੋੜ ਕੇ ਵੀ ਇਸ ਲਕੀਰ ਦੇ ਵਿੱਚੋਂ ਸੀਤਾ ਜੀ ਬਾਹਰ ਨਹੀਂ ਜਾਣਾ, ਇਹਦੀ ਮਰਿਆਦਾ ਦੇ ਵਿੱਚ ਰਿਓ। ਪਰ ਜਦੋਂ ਲਛਮਣ ਨਾਮ ਦਾ ਜਤੀ ਉਹ ਲਕੀਰ ਖਿੱਚਦਾ ਹੈ ਤੇ ਸੀਤਾ ਉਸ ਮਰਿਆਦਾ ਵਿੱਚ ਨਹੀਂ ਰਹਿੰਦੀ ਹੈ, ਤੇ ਫਿਰ ਕੀ ਹੁੰਦਾ? ਰਾਵਣ ਚੁੱਕ ਲੈਂਦਾ, ਦੁੱਖ ਪੈ ਜਾਂਦੇ, ਜੰਗ ਹੋ ਜਾਂਦੇ, ਫੌਜਾਂ ਮਰ ਜਾਂਦੀਆਂ, ਲੰਕਾ ਸੜ ਜਾਂਦੀ, ਬੜਾ ਕੁਝ ਹੀ ਹੋ ਗਿਆ। ਇਹ ਤੇ ਇੱਕ ਦੁਨੀਆ ਦੀ ਉਦਾਹਰਣ ਹੈ। ਇਸੇ ਤਰ੍ਹਾਂ ਗੁਰੂ ਦੀ ਵੀ ਇੱਕ ਮਰਿਆਦਾ, ਇੱਕ ਕਹਿਣਾ, ਇੱਕ ਹੁਕਮ ਹੈ। ਜੇ ਇਹਦੇ ਵਿੱਚ ਰਵੇਂਗਾ ਤੇ ਦੁਨੀਆ ਵੱਲੋਂ ਆਪਣੇ ਆਪ ਨੂੰ ਮਾਰ ਲੈਂਗਾ ਵੀ ਦੁਨੀਆ ਜੋ ਮਰਜ਼ੀ ਕਵੇ, ਮੈਨੂੰ ਕੋਈ ਨਹੀਂ, ਮੈਂ ਗੁਰੂ ਦੇ ਕਹਿਣੇ ਚੱਲਣਾ। ਜਿਹੜੇ ਇਸ ਤਰ੍ਹਾਂ ਆਪਣੇ ਆਪ ਨੂੰ ਮਾਰ ਲੈਂਦੇ, ਜੀਵੋ ਸਦ ਹੀ, ਉਹ ਫਿਰ ਸਦਾ ਹੀ ਜਿਉਂਦੇ ਅਮਰ ਹੋ ਜਾਂਦੇ। ਦੁਨੀਆ ਉਹਨਾਂ ਦੇ ਦਿਨ ਮਨਾਉਂਦੀ ਹੈ ਜਿਹੜਾ ਗੁਰੂ ਦੇ ਆਖੇ ਲੱਗਿਆ। ਜਿਹੜੇ ਦੁਨੀਆ ਦੇ ਆਸਰੇ ਚੱਲਦੇ ਨਾ ਵੀ ਰਿਸ਼ਤੇਦਾਰ ਇਦਾਂ ਕਹਿੰਦਾ